आई संगत जी, आज के सत्संग की शुरुआत करते हैं और आज इनवाइट करेंगे गुनीत चहल आंटी को। गुनीत आंटी आए और सत्संग शेयर करें। जय गुरु जी, थोड़े चरनां च प्रणाम। सारी संगत नूं मेरा प्रणाम। जय गुरु जी। संगत जी, बहुत किस्मत वाली गल है कि गुरु जी ने मैनू ये मौका दिता है कि मैं वड्डे मंदिर वालों अपनी ते अपने परिवार की जर्नी आज शेयर करन लगी हां। बहुत शुकराना है थोड़ा गुरु जी, बहुत 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 शुकराना है। एक्चुअली थैंक यू इज द ओनली वर्ड जो आपां गुरु जी नूं एज हिज संगत दे सकते हैं। गुरु जी ने बहुत मेहरां कीतियां ने। गुरु महाराज, जो तुसी दिता ते जो तुसी नहीं दिता, हर चीज का शुकराना। संगत जी, मेरी ते मेरे परिवार दी जर्नी बहुत इस जन्म च 1976-77 तो शुरू हुई। गुरु जी मलेरकोटले कॉलेज पढ़ते हुंदे सी। मेरे भूआ जी ते मेरे फुफड़ जी मलेरकोटले रहंदे सी ते भूआ जी फुफड़ जी वाज गुरु जी's प्रोफेसर इन मलेरकोटला गवर्नमेंट कॉलेज। गुरु महाराज दी अपनी लीला, अपनी करनी। गुरु जी ने आप वड्डे अंकल नूं, मेरे फुफड़ जी नूं आप आके कहा कि प्रोफेसर साहब, मैं थोड़े घरे आके दोपहर नूं आराम कर सकदा। We all know those long summer afternoons of Punjab. ਤੇ ਭੂਆ ਜੀ ਤੇ ਫੁੱਫੜ ਜੀ ਬਹੁਤ ਵੈਲਕਮਿੰਗ ਸੁਭਾਅ ਉਹਨਾਂ ਦਾ ਸ਼ੁਰੂ ਤੋਂ। ਗੁਰੂ ਜੀ ਦੀ ਮਰਜ਼ੀ, ਉਹਨਾਂ ਨੇ ਸਿਰਫ we are just playing it। ਗੁਰੂ ਜੀ ਨੇ ਆਪ ਸਾਰਾ ਕੁਝ ਡਿਸਾਈਡ ਕੀਤਾ ਹੁੰਦਾ। ਸੋ ਗੁਰੂ ਜੀ ਦੁਪਹਿਰ ਨੂੰ ਆ ਕੇ ਉਹਨਾਂ ਦੇ ਘਰੇ, ਉਹਨਾਂ ਦੇ ਘਰੇ ਉੱਪਰ ਚੁਬਾਰਾ ਸੀਗਾ, ਉੱਥੇ ਆ ਕੇ ਆਰਾਮ ਕਰਦੇ ਸੀ। ਆਰਾਮ ਕਰਦੇ ਸੀ ਜਾਂ ਕੀ ਕਰਦੇ ਸੀ, ਬਟ ਹੀ ਯੂਜ਼ਡ ਟੂ ਬੀ ਇਨ ਦੈਟ ਰੂਮ ਸਾਰੀ ਦੁਪਹਿਰ। ਕਦੇ ਉਹਨਾਂ ਦੀ ਮੌਜ ਹੁੰਦੀ ਸੀ ਤਾਂ ਆ ਜਾਂਦੇ ਸੀ, ਕਦੇ ਨਹੀਂ ਵੀ ਆਉਂਦੇ ਸੀ। ਕਦੇ ਕਦੇ ਉਹਨਾਂ ਨੇ ਭੂਆ ਜੀ ਨੂੰ ਕਹਿਣਾ ਕਿ ਭੈਣ ਜੀ ਚਾਹ ਬਣਾ ਦਿਓ, ਤਾਂ ਭੂਆ ਜੀ ਨੇ ਬੈਠ ਕੇ ਚਾਹ ਬਣਾ ਦੇਣੀ, ਕੁਛ ਉਹਨਾਂ ਨਾਲ ਗੱਲਾਂ ਸ਼ੇਅਰ ਕਰਨੀਆਂ, ਆਮ ਘਰੇਲੂ ਗੱਲਾਂ ਗੁਰੂ ਜੀ ਨਾਲ ਕੀਤੀਆਂ। ਉਹਨਾਂ ਦਾ ਬੇਟਾ 3.5 ਸਾਲ ਦਾ ਮੇਰਾ ਕਜ਼ਨ, ਉਸਨੂੰ ਉਸ ਟਾਈਮ ਸਕਿਨ ਦੀ ਪ੍ਰੋਬਲਮ ਚੱਲ ਰਹੀ ਸੀਗੀ। he used to have boils on his skin, ਜਿਹਨੂੰ ਆਪਾਂ ਪੰਜਾਬੀ ਚ ਫੋੜੇ ਕਹਿ ਦਿੰਦੇ ਹਾਂ, and they used to ooze with pus। ਭੂਆ ਜੀ ਹੋਰਾਂ ਨੇ ਬਹੁਤ ਟ੍ਰੀਟਮੈਂਟ ਕਰਾਇਆ, ਹੋਮਿਓਪੈਥੀ, ਐਲੋਪੈਥੀ, wherever the doctor would tell, they got it done, ਪਰ ਕੋਈ ਉਹਨਾਂ ਦਾ ਕੋਈ ਆਰਾਮ ਨਹੀਂ ਆਇਆ ਮੇਰੇ ਕਜ਼ਨ ਨੂੰ। one fine day ਮੇਰੇ ਕਜ਼ਨ ਉੱਥੇ ਸੀਗੇ ਤੇ ਭੂਆ ਜੀ ਨੂੰ ਗੁਰੂ ਜੀ ਨੇ ਕਿਹਾ ਕਿ ਆ ਬੇਟੇ ਦੇ ਹੱਥਾਂ ਤੇ ਕੀ ਹੋਇਆ। ਤਾਂ ਭੂਆ ਜੀ ਨੇ ਦੱਸਿਆ ਕਿ ਗੁਰੂ ਜੀ ਵੀ ਇਹਨਾਂ ਦੇ ਮੇਰੇ ਕਜ਼ਨ ਦੇ ਵੀ ਇਹ ਪ੍ਰੋਬਲਮ ਹੈ ਤੇ ਠੀਕ ਨਹੀਂ ਹੋ ਰਹੀ। ਗੁਰੂ ਜੀ ਨੇ ਭੂਆ ਜੀ ਨੂੰ ਕਿਹਾ ਕਿ ਗਲਾਸ ਚ ਪਾਣੀ ਲੈ ਕੇ ਆਓ। ਗੁਰੂ ਜੀ ਨੇ ਪਾਣੀ ਮੰਗਵਾਇਆ ਤੇ ਕੁਛ ਉਹਨਾਂ ਨੇ ਪਾਠ ਕੀਤਾ ਤੇ ਉਹ ਛਿੱਟੇ ਮੇਰੇ ਕਜ਼ਨ ਦੇ ਹੱਥ ਤੇ ਮਾਰੇ ਉਹਨਾਂ ਨੇ। ਸੰਗਤ ਜੀ, now my cousin is 48 years old and ਉਹਨਾਂ ਨੂੰ ਉਸ ਤੋਂ ਬਾਅਦ ਉਹ ਪ੍ਰੋਬਲਮ ਇੱਕਦਮ ਠੀਕ ਹੋ ਗਈ ਤੇ ਉਹ ਕਦੇ ਵੀ ਪ੍ਰੋਬਲਮ ਦੁਬਾਰਾ ਨਹੀਂ ਆਈ। never it happened again। ਪਰ ਸਮਝ ਨਹੀਂ ਆਈ, ਕਿਸੇ ਨੂੰ ਸਮਝ ਨਹੀਂ ਆਈ ਅਕੋਰਡਿੰਗ ਟੂ ਆਪਾਂ ਮੇਰੇ ਫੁੱਫੜ ਜੀ, ਭੂਆ ਜੀ, ਕਿ ਹਾਂ ਬਹੁਤ ਅੱਛਾ ਸਟੂਡੈਂਟ ਹੈ, ਬਹੁਤ ਇਹਦੀ ਫਕੀਰਾਂ ਵਾਲੀ ਮੈਂਟੈਲਿਟੀ ਹੈ, ਬਹੁਤ ਅੱਛਾ ਹੈ, ਪਰ ਉਹ ਇਸ ਤੋਂ ਬਾਅਦ ਗੁਰੂ ਜੀ ਨੇ ਕੁਝ ਜ਼ਾਹਰ ਨਹੀਂ ਹੋਣ ਦਿੱਤਾ। ਉਸ ਤੋਂ ਬਾਅਦ ਗੁਰੂ ਜੀ ਦੀ ਗ੍ਰੈਜੂਏਸ਼ਨ ਹੋਈ ਤਾਂ ਨਾ ਫੈਮਿਲੀ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਗੁਰੂ ਜੀ ਨੇ ਆਪਣੇ ਆਪ ਨੂੰ ਜ਼ਾਹਰ ਕੀਤਾ ਉਸ ਤੋਂ ਬਾਅਦ। ਪਰ ਅੰਦਰੋਂ ਇੱਕ ਤਾਂਘ ਸੀਗੀ ਸਾਰੀ, ਵੀ ਉਹਨਾਂ ਦੀ ਬੜੀ ਖੁਸ਼ੀ ਨਾਲ ਗੱਲ ਕਰਦੇ ਸੀ ਕਿ ਹਾਂ ਵੀ ਉਹਨਾਂ ਦੀ ਪ੍ਰੋਬਲਮ ਉਹਨਾਂ ਨੇ ਵੀ ਗੁਰੂ ਪ੍ਰੋਫੈਸਰ ਸਾਹਿਬ ਦੇ ਸਟੂਡੈਂਟ ਨੇ ਐਂ ਕਰਕੇ ਠੀਕ ਕਰਤੀ ਸੀ, ਪਰ ਕਦੇ ਉਹਨਾਂ ਨੂੰ ਨਾ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਵਨ ਫਾਈਨ ਡੇ ਸਾਰੀ ਅਸੀਂ ਪਰਿਵਾਰ ਸਾਰਾ, ਅਸੀਂ ਪਟਿਆਲੇ ਦੇ ਰਹਿਣ ਵਾਲੇ ਹਾਂ ਤੇ ਮੈਂ ਮੇਰਾ ਬ੍ਰਦਰ, ਮੇਰੇ ਪੇਰੈਂਟਸ, ਵੀ ਆਲ ਬਿਲੋਂਗ ਟੂ ਪਟਿਆਲਾ। ਤੇ ਭੂਆ ਜੀ ਹੋਰੀ ਮਲੇਰਕੋਟਲੇ ਰਹਿੰਦੇ ਸੀ। ਓਵਰ ਅ ਪੀਰੀਅਡ ਆਫ ਟਾਈਮ ਦੇ ਆਲਸੋ ਮੂਵ ਟੂ ਪਟਿਆਲਾ। ਉਹਨਾਂ ਦੀ
they started teaching in Patiala Government College. During that time, अचानक ही मेरे छोटे भूआ जी दी बहुत क्लोज फ्रेंड ने सुखदेव आंटी, बहुत पुरानी संगत ने, वो भी गुरु जी दी. They come to our house and कोई कारपेट्स ਦੀ ਗੱਲ ਹੋ ਰਹੀ ਹੈ ਤੇ ਆਂਟੀ ਨੇ ਇੱਕਦਮ ਮੈਂਸ਼ਨ ਕੀਤਾ ਕਿ ਪੋਲੀ ਕਾਲੀਨ ਤੱਕ ਵਿਛਦੇ ਨੇ ਗੁਰੂ ਜੀ ਦੇ ਸਾਡੇ. ਇੰਨੀਆਂ ਖੁਸ਼ਬੂਆਂ ਹੈ, ਲਾਲ ਲਾਲ ਕਾਲੀਨ ਉੱਥੇ ਵਿਛਿਆ ਹੁੰਦਾ, ਉਹ ਨੇ ਕਾਲੀਨ ਤਾਂ ਦੇਖਣ ਵਾਲੇ. ਤਾਂ being born in ਸਿੱਖ ਪਰਿਵਾਰ, ਆਪਣੇ ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕਦੇ ਕਿਸੇ ਨੂੰ, ਕਿਸੇ ਵੀ ਦੇਹਧਾਰੀ ਗੁਰੂ ਨੂੰ ਆਪਾਂ ਨਹੀਂ ਕਦੇ ਦੇਖਿਆ ਹੁੰਦਾ. ਸੋ ਇਟ ਵਾਸ ਵੈਰੀ, ਭੂਆ ਜੀ ਨੇ ਇੱਕਦਮ ਪੁੱਛਿਆ ਤੂੰ ਕਿਹੜੇ ਗੁਰੂ ਦੀ ਗੱਲ ਕਰ ਰਹੀ ਹੈ? ਤਾਂ ਉਹਨਾਂ ਨੇ ਦੱਸਿਆ ਵੀ ਐਂ ਕਰਕੇ ਗੁਰੂ ਜੀ ਨੇ ਜਲੰਧਰ ਵਿੱਚ, ਤੇ ਉਹ ਬਹੁਤ ਪਹੁੰਚੇ ਹੋਏ ਨੇ ਤੇ ਬੜੀ ਇਲਾਜ ਕਰਦੇ ਨੇ ਦੁਨੀਆ ਦੇ, ਤੇ ਉਹਨਾਂ ਕੋਲ ਤਾਂ ਬੜੀਆਂ ਖੁਸ਼ਬੂਆਂ ਆਉਂਦੀਆਂ ਨੇ. ਉੱਥੇ ਹੀ ਮੇਰੇ ਵੱਡੇ ਭੂਆ ਜੀ ਆ ਗਏ. ਮੇਰੇ ਵੱਡੇ ਭੂਆ ਜੀ ਨੂੰ ਉਸ ਟਾਈਮ ਬਹੁਤ ਹੈਲਥ ਪ੍ਰੋਬਲਮ ਚੱਲ ਰਹੀ ਸੀਗੀ. ਉਦੋਂ ਸ਼ੀ ਵਾਸ ਅਨਡਾਇਗਨੋਜ਼ਡ ਵਿਦ ਸਕਿਨ ਕੈਂਸਰ, ਪਰ ਉਹਨਾਂ ਦੀ ਉਸ ਪੁਆਇੰਟ ਤੇ ਸਿਹਤ ਪਹੁੰਚ ਚੁੱਕੀ ਸੀ ਕਿ ਸ਼ੀ ਵਾਸ ਲੂਜ਼ਿੰਗ weight every day, ਔਰ ਉਹਨਾਂ ਦੀ ਹੈਲਥ ਵਾਸ ਡਿਟੀਰੀਓਰੇਟਿੰਗ with every passing day. ਤਾਂ ਜਦੋਂ ਭੂਆ ਜੀ ਨੇ ਗੱਲ ਸੁਣੀ ਤਾਂ ਕਹਿੰਦੇ ਸੁਖਦੇਵ ਤੂੰ ਮੈਨੂੰ ਲੈ ਕੇ ਚੱਲ ਉੱਥੇ. ਇਹ ਆਪਾਂ ਸਿਰਫ, ਮੈਂ ਤੁਹਾਨੂੰ ਨਰੇਟ ਕਰ ਰਹੀ ਹਾਂ ਜੋ ਹੋਇਆ, ਪਰ ਇਹ ਕਰਨਾ ਕਰਾਉਣਾ, ਉਹ ਥਾਟਸ, ਉਹ ਵਰਡਸ ਗੁਰੂ ਜੀ ਨੇ ਕਿਵੇਂ ਉਹ ਵਿਧ ਬਣਾਉਂਦੇ ਨੇ ਆਪਣੇ ਕੋਲ ਬੁਲਾਉਣ ਦੀ, ਇਹ ਉਹਨਾਂ ਦੀ ਪਲਾਨ. ਆਪਾਂ ਸਿਰਫ ਪਲੇ ਕਰਦੇ ਹਾਂ. ਹੀ ਪਲਾਨਸ ਇਟ, ਹੀ ਇਜ਼ ਦ ਵਨ ਹੂ ਡਿਸਾਈਡਸ. ਉਹਨਾਂ ਦੇ ਹੁਕਮ ਨਾਲ ਸਾਰਾ ਕੁਝ ਹੁੰਦਾ. ਸੋ ਸਾਰਾ ਪਰਿਵਾਰ ਗਿਆ ਜੀ, ਮੈਂ ਵੀ ਗਈ ਮੇਰੇ ਆਪਣੇ ਮਦਰ ਦੇ ਨਾਲ. 31 ਜੁਲਾਈ 95 was the first time ਮੈਂ ਗੁਰੂ ਜੀ ਨੂੰ ਇਸ ਜਨਮ ਚ ਫਿਜ਼ੀਕਲ ਫਾਰਮ ਚ ਮੈਂ ਮੱਥਾ ਟੇਕਿਆ ਇਨ ਜਲੰਧਰ. ਗੁਰੂ ਜੀ ਨੇ ਇੰਨਾ ਪਿਆਰ ਕੀਤਾ ਸੰਗਤ ਸੀ, ਇੰਨਾ ਪਿਆਰ, ਜਿਵੇਂ ਕੋਈ ਬਹੁਤ ਵਿਛੜੇ ਮਿਲੇ ਹੁੰਦੇ ਨੇ. ਗੁਰੂ ਜੀ ਨੇ ਦੇਖਣ ਸਾਰ ਵੱਡੇ ਭੂਆ ਜੀ ਨੂੰ ਭੈਣ ਜੀ ਕਹਿੰਦੇ ਸੀ, ਕਿਉਂ ਭੈਣ ਜੀ ਆ ਗਏ ਤੁਸੀਂ, ਮੈਂ ਤਾਂ ਤੁਹਾਨੂੰ ਉਡੀਕਦਾ ਸੀ. ਮੇਰੇ ਮਦਰ ਨੂੰ ਗੁਰੂ ਜੀ ਨੇ ਐਜ਼ ਮਾਮੀ ਐਡਰੈਸ ਕੀਤਾ, ਤੇ ਮੇਰੇ ਛੋਟੇ ਭੂਆ ਜੀ ਨੂੰ ਮਾਸੀ ਕਹਿੰਦੇ ਸੀ. ਕੋਈ ਇਨਸਾਨੀ ਰਿਸ਼ਤੇ ਨਹੀਂ ਹੈਗੇ. ਗੁਰੂ ਜੀ ਨੇ, ਉਹਨਾਂ ਦਾ ਪਿਆਰ ਹੈ ਕਿ ਉਹਨਾਂ ਨੇ ਇੰਨੀ ਵਡਿਆਈ ਦਿੱਤੀ ਆਪਣੇ ਭਗਤਾਂ ਨੂੰ, ਇੰਨਾ ਪਿਆਰ ਦਿੱਤਾ. ਕਹਿੰਦੇ ਨੇ ਨਾ ਕਿ ਗੁਰੂ ਜੀ ਜਦੋਂ ਤੁਹਾਨੂੰ ਆਪਣੇ ਕੋਲ ਬੁਲਾਉਂਦੇ ਨੇ ਤਾਂ ਆਪਣੇ ਜੋਗਾ ਵੀ ਆਪ ਹੀ ਬਣਾ ਲੈਂਦੇ ਨੇ. ਬਹੁਤ ਸ਼ੁਕਰਾਨਾ ਗੁਰੂ ਜੀ. I was very young, 18 years old. ਮੈਂ ਜਦੋਂ ਗੁਰੂ ਜੀ ਨੂੰ ਦੇਖਿਆ, I don't think so ਕਿ ਉਸ ਤੋਂ ਬਾਅਦ ਮੈਂ ਕਦੇ ਵੀ ਕਿਸੇ ਹੋਰ ਨੂੰ ਦੇਖਣ ਦੀ, ਕਿਸੇ ਹੋਰ ਨੂੰ ਪੂਜਣ ਦੀ, ਕਿਸੇ ਵੀ ਹੋਰ ਚੀਜ਼ ਦੀ ਵਰਸ਼ਿਪ ਨਾ ਕੀਤੀ ਹੈ, ਨਾ ਮੇਰੇ ਮਨ ਚ ਕਦੇ ਆਇਆ ਹੈ. ਗੁਰੂ ਜੀ is all I have known in my entire life, ਜਦੋਂ ਦੀ ਮੈਂ ਸੁਰਤ ਸੰਭਾਲੀ ਹੈ. ਉਸ ਤੋਂ ਬਾਅਦ ਫਿਰ ਗੁਰੂ ਜੀ ਨਾਲ ਆਉਣ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ. ਗੁਰੂ ਮਹਾਰਾਜ ਨੇ, ਜਿਵੇਂ ਕੋਈ ਤੁਹਾਡਾ ਆਪਣਾ ਫੈਮਿਲੀ ਮੈਂਬਰ ਹੁੰਦਾ ਨਾ, ਬਹੁਤ ਪਿਆਰਾ ਫੈਮਿਲੀ ਮੈਂਬਰ, ਜਿਹਨੂੰ ਤੁਸੀਂ ਕੁਝ ਨਾਮ ਨਹੀਂ ਦੇ ਸਕਦੇ, but highly respected and most loved. That was Guru Ji. ਇੰਨਾ ਗੁਰੂ ਜੀ ਨੇ ਹਰ ਕੋਈ ਪਰਿਵਾਰਕ ਪਰ ਪ੍ਰੋਬਲਮ ਹੋਣੀ, ਕੋਈ ਸਿਹਤ ਦੀ ਗੱਲ ਹੋਣੀ, ਹਰ ਚੀਜ਼ ਗੁਰੂ ਜੀ ਨਾਲ ਸ਼ੇਅਰ ਕਰਨੀ. ਕਈ ਵਾਰੀ ਘਰੋਂ ਸੋਚਣੀ ਤੇ ਗੁਰੂ ਜੀ ਨੇ ਜਾਣ ਸਾਰ ਉਸ ਗੱਲ ਦਾ ਜਵਾਬ ਦੇ ਦੇਣਾ. ਮੇਰੇ ਭੂਆ ਜੀ ਦੀ ਸਿਹਤ ਉਸ ਤੋਂ ਬਾਅਦ ਹੌਲੀ ਹੌਲੀ ਇੰਪਰੂਵ ਹੋਣੀ ਸ਼ੁਰੂ ਹੋ ਗਈ. ਗੁਰੂ ਜੀ ਨੇ ਸਿਖਾਇਆ ਲੰਗਰ ਕੀ ਹੁੰਦਾ, ਡਿਸਿਪਲਿਨ ਕੀ ਹੁੰਦਾ, ਉੱਥੇ ਬੈਠ ਕੇ ਤੁਸੀਂ ਕਿਵੇਂ ਚੁੱਪ ਕਰਕੇ ਬਾਣੀ ਸੁਣਨੀ ਹੈ. We were very young, but still ਗੁਰੂ ਜੀ ਦਾ ਦਰਬਾਰ is all about discipline, ਕਿ ਤੁਸੀਂ ਚੁੱਪ ਕਰਕੇ ਉੱਥੇ ਇਹ ਚੀਜ਼ਾਂ ਕਰਨੀਆਂ ਨੇ. So one of the biggest thing, ਜਿਵੇਂ ਗੁਰੂ ਜੀ ਨੇ ਆਪਣਾ ਫਿਰ ਹੌਲੀ ਹੌਲੀ ਆਪਣਾ ਆਪ ਥੋੜਾ ਪਰਦੇ ਚੱਕਣੇ ਸ਼ੁਰੂ ਕੀਤੇ ਕਿ ਵੀ ਮੈਂ ਤਾਂ ਖੁਦ ਪਰਮਾਤਮਾ, ਔਰ ਸਮਝ ਵੀ ਆਉਣੀ ਸ਼ੁਰੂ ਹੋ ਗਈ. ਭੂਆ ਜੀ ਨੂੰ ਕੈਂਸਰ ਡਾਇਗਨੋਜ਼ ਹੋ ਗਿਆ ਉਸ ਤੋਂ ਬਾਅਦ, ਤੇ ਪਰ ਉਹਨਾਂ ਦੀ ਸਿਹਤ ਠੀਕ ਹੋਣੀ ਸ਼ੁਰੂ ਹੋ ਗਈ. ਐਵਰੀ ਟਾਈਮ ਭੂਆ ਜੀ ਨੇ ਉੱਥੋਂ
ਜਦੋਂ ਵੀ ਛੁੱਟੀ ਹੋਣੀ ਸੈਟਰਡੇ ਸੰਡੇ, ਮੋਸਟਲੀ ਅਸੀਂ ਸੈਟਰਡੇ ਸੰਡੇ ਹੀ ਜਾਂਦੇ ਸੀ ਪਟਿਆਲੇ ਟੂ ਜਲੰਧਰ। ਤੇ ਗੁਰੂ ਜੀ ਨੇ ਕਹਿਣਾ ਭੈਣ ਜੀ ਘਰ ਜਾ ਕੇ weight ਚੈੱਕ ਕਰਿਓ, ਅੱਜ ਇੰਨਾ weight ਹੋਣਾ। ਔਰ ਜਾ ਕੇ ਚੈੱਕ ਕਰਨਾ ਸੰਗਤ ਜੀ, ਇੱਕ ਵਾਰੀ ਨਹੀਂ ਗੁਰੂ ਜੀ ਨੇ ਬੜੀ ਵਾਰੀ ਭੂਆ ਜੀ ਨੂੰ ਇਹ ਗੱਲਾਂ ਕਹੀਆਂ, ਔਰ ਓਨਾ ਹੀ weight ਹੁੰਦਾ ਸੀ ਜਿੰਨਾ ਉਹ ਦੱਸਦੇ ਸੀ। ਬੜੀ ਸੋਹਣੀ ਮਤਲਬ in spite of being diagnosed with all of that, she was living a very healthy life and very youthful life. बहुत शुक्राना गुरु जी। मैं अपनी मदर दे कुछ हेल्थ रिलेटेड सत्संग शेयर करना चाहनी हाँ कि 95 च गुरु जी नाल जदों फैमिली मिली ਤਾਂ ਮਾਮਾ ਨੂੰ ਅਚਾਨਕ ਹੀ that winter ਮਾਮਾ developed rheumatoid arthritis. ਇੰਨਾ ਭੈੜਾ ਅਟੈਕ ਹੋਇਆ ਮਾਮਾ ਨੂੰ ਕਿ she could not ਮਤਲਬ ਬਾਥਰੂਮ ਜਾਣਾ, ਪਾਸਾ ਲੈਣਾ ਵੀ ਮਾਮਾ ਦੇ ਪਹਿਲਾਂ ਇੰਜੈਕਸ਼ਨ ਲੱਗਦਾ ਸੀ ਪੇਨ ਕਿਲਰ ਦਾ, ਤਾਂ ਮਾਮਾ would be able to do all. And this all happened all of a sudden. There is no previous history, there is no history of this disease in the family. ਪਰ ਇਹ ਅਚਾਨਕ ਆ ਗਈ। ਉਦੋਂ ਤੱਕ ਗੁਰੂ ਜੀ ਨਾਲ ਇੰਨਾ ਕੁ ਪਿਆਰ, ਉਹ ਤਾਂ ਉਦੋਂ ਹੀ ਹੋ ਗਿਆ ਸੀ, ਪਰ ਉਦੋਂ ਤਾਂ ਐ ਹੋ ਗਿਆ ਸੀਗਾ ਕਿ ਹਰ ਗੱਲ ਗੁਰੂ ਜੀ ਨਾਲ ਹੀ ਕਰਨੀ ਹੈ। ਤਾਂ ਭੂਆ ਜੀ ਨੇ ਜਾ ਕੇ ਮਾਮਾ ਬਾਰੇ ਗੱਲ ਕੀਤੀ ਗੁਰੂ ਜੀ ਨਾਲ, ਤੇ ਗੁਰੂ ਜੀ ਕਹਿੰਦੇ ਕੁਛ ਨਹੀਂ ਹੋਇਆ ਮਾਮੀ ਨੂੰ, ਉਹਨੂੰ ਕੋ ਮੇਰੇ ਕੋਲੇ ਆਵੇ। ਗੁਰੂ ਜੀ ਨੇ ਇੰਨੀ ਗੱਲ ਕਹੀ ਵੀ ਜਾਣਾ ਮਾਮਾ ਦਾ ਪਾਸਾ ਨਹੀਂ ਲੈ ਸਕਦੇ, ਤੇ 3 ਘੰਟੇ ਗੱਡੀ 'ਚ ਬੈਠ ਕੇ ਜਲੰਧਰ ਕਿਵੇਂ ਜਾਣਗੇ। ਇਟ ਵਾਜ਼ ਜਸਟ ਅਮੇਜ਼ਿੰਗ ਕਿ ਕਿਵੇਂ ਹੋਊਗਾ ਇਹ ਸਾਰਾ ਕੁਝ। ਪਰ ਗੁਰੂ ਮਹਾਰਾਜ ਨੇ ਤਾਂ ਸਿਰਫ ਆਪਣੇ ਇਟਸ ਹਿਸ ਜਸਟ ਬਚਨ, ਉਹਨਾਂ ਨੇ ਸਿਰਫ ਹੁਕਮ ਕਰਨਾ, ਉਹ ਚੀਜ਼ ਹੋ ਜਾਣੀ ਹੈ। ਤੇ ਮਾਮਾ ਉਸ the day ਜਿੱਦਨ ਗੁਰੂ ਜੀ ਨੇ ਬੁਲਾਇਆ, ਉਸ ਦਿਨ ਮਾਮਾ was able to get up and go to ਜਲੰਧਰ। ਤੇ ਗੁਰੂ ਜੀ ਦਾ ਸਭ ਨੂੰ ਪਤਾ, ਉੱਥੇ ਜਲੰਧਰ 'ਚ ਇੱਕ ਗੁਰੂ ਜੀ ਦਾ ਇੱਕ ਆਪਰੇਸ਼ਨ ਰੂਮ ਉਹਨੂੰ ਕਹਿੰਦੇ ਸੀਗੇ। ਪਾਨ ਦੇ ਪੱਤੇ ਮੰਗਾਏ ਮਾਮਾ ਨੂੰ ਉੱਥੇ। ਗੁਰੂ ਜੀ ਨੇ ਪਤਾ ਨਹੀਂ, we don't know ਕਿ ਨਾ ਇਹ ਉਹਨਾਂ ਦੇ ਭੇਦ ਨੇ ਆਪਣੇ, ਕਿ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ, ਬਸ ਆਪਣੇ ਸਪੂਨ ਨਾਲ ਕੁਛ ਕੀਤਾ। ਐਂਡ ਮਾਮਾ slept for a very long time in that room, ਜੋ ਕਿ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ। she thought she just slept for 5 minutes. ਉਸ ਤੋਂ ਬਾਅਦ ਸੰਗਤ ਜੀ ਮਾਮਾ ਦੀ ਪ੍ਰੋਬਲਮ 80% ਉਸ ਦਿਨ ਤੋਂ ਬਾਅਦ ਠੀਕ ਹੋ ਗਈ। ਫਿਰ ਇੱਕ ਦਿਨ ਗੁਰੂ ਜੀ ਨੇ ਫਿਰ ਬੁਲਾਇਆ ਤੇ ਨਾਲੇ ਵੀ ਕਿਹਾ ਕਿ ਆਉਂਦੇ ਰਿਹਾ ਕਰੋ। ਫਿਰ ਗੁਰੂ ਜੀ ਨੇ ਇੱਕ ਦਿਨ we were there, ਤਾਂ ਮਾਮਾ ਤੇ ਭੂਆ ਜੀ ਨੂੰ ਗੁਰੂ ਜੀ ਆਪਣੀ ਕਾਰ 'ਚ ਕਿਤੇ, ਮੈਨੂੰ ਐਗਜ਼ੈਕਟਲੀ ਨਹੀਂ ਯਾਦ, ਪਠਾਨਕੋਟ ਜਾਂ ਹੁਸ਼ਿਆਰਪੁਰ ਕੋਈ ਫੰਕਸ਼ਨ ਸੀਗਾ, ਐਂਡ ਗੁਰੂ ਜੀ ਨੇ ਉਹਨਾਂ ਨੂੰ ਆਪਣੀ ਕਾਰ 'ਚ ਬਿਠਾਇਆ ਤੇ ਕਿਤੇ ਰੋਕ ਕੇ ਉਹਨਾਂ ਨੂੰ ਸ਼ਕਰਕੰਦੀ ਦੀ ਚਾਟ ਖਵਾਈ। ਤੇ ਉਸ ਤੋਂ ਬਾਅਦ ਮਾਮਾ ਦੀ ਵਿਦਿਨ ਪੀਰੀਅਡ ਆਫ ਮੰਥ ਮਾਮਾ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਗਈ। ਅੱਜ ਤੱਕ ਮਾਮਾ ਨੂੰ ਕਦੇ ਕੋਈ ਜੁਆਇੰਟ ਪੇਨ ਉਸ ਤੋਂ ਬਾਅਦ ਨਹੀਂ ਹੋਈ। ਮੈਂ 96 ਡਿਊਰਿੰਗ ਦੋਸ ਮੰਥਸ ਦੀ ਗੱਲ ਕਰ ਰਹੀ ਹਾਂ, ਤੇ ਅੱਜ 2022 ਹੈ। ਸ਼ੀ ਇਜ਼ ਨੈਵਰ ਹੈਡ ਦਿਸ ਪ੍ਰੋਬਲਮ। ਸੰਗਤ ਜੀ ਆਪਾਂ ਸਾਰਿਆਂ ਨੂੰ ਪਤਾ ਰਿਊਮੇਟੋਇਡ ਆਰਥਰਾਈਟਿਸ ਦਾ ਇੱਥੇ ਕੋਈ ਵੀ ਇਲਾਜ ਨਹੀਂ ਹੈਗਾ। ਇਟਸ ਯੂ ਕੈਨ ਡੂ ਅ ਸਿੰਪਟੋਮੈਟਿਕ ਰਿਲੀਫ, ਤੁਸੀਂ ਪੇਨ ਕਿਲਰਸ ਖਾ ਸਕਦੇ ਹੋ ਤਾਂ ਕਿ ਤੁਹਾਡੀ ਮੋਬਿਲਿਟੀ ਬਣੀ ਰਵੇ, ਪਰ ਇਸ ਚੀਜ਼ ਦਾ ਇਲਾਜ ਕੋਈ ਨਹੀਂ ਹੈ। ਬਹੁਤ ਮਿਹਰ ਕੀਤੀ ਗੁਰੂ ਜੀ ਨੇ, ਬੜੀ ਦਇਆ ਕੀਤੀ, ਤਰਸ ਕੀਤਾ ਮਾਮਾ ਤੇ ਕਿ ਉਹਨਾਂ ਨੂੰ ਐਡੀ ਬਿਮਾਰੀ ਤੋਂ ਛੁਟਕਾਰਾ ਦਿਵਾਇਆ। ਬਹੁਤ ਸ਼ੁਕਰਾਨਾ ਤੁਹਾਡਾ ਗੁਰੂ ਜੀ। ਹੌਲੀ ਹੌਲੀ ਸਮਝ ਵੀ ਆਉਣ ਲੱਗੀ ਕਿ ਗੁਰੂ ਜੀ ਦੇ ਬਚਨ, ਗੁਰੂ ਜੀ ਦਾ ਲੰਗਰ, ਗੁਰੂ ਜੀ ਦੇ ਦਰਬਾਰ 'ਚ ਜੋ ਸ਼ਬਦ ਚੱਲਦੇ ਨੇ, ਇਟਸ ਆਲ ਹਿਸ ਬਲੈਸਿੰਗਸ। ਐਂਡ ਉਹਨਾਂ ਨੇ ਕਿਸ ਟਾਈਮ ਕਿਸ ਤਰੀਕੇ ਨਾਲ ਤੁਹਾਨੂੰ ਬਲੈਸ ਕਰਨਾ ਹੈ, ਓਨਲੀ ਹੀ ਨੋਜ਼। ਐਜ਼ ਸੰਗਤ ਸਾਡਾ ਕੰਮ ਹੈ ਸਿਰਫ ਉਹਨਾਂ ਨੂੰ ਪਿਆਰ ਕਰਨਾ ਤੇ ਉਹਨਾਂ ਤੇ ਵਿਸ਼ਵਾਸ ਕਰਨਾ, ਐਂਡ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ। ਮੈਂ ਮਾਮਾ ਦਾ ਹੀ ਸਤਸੰਗ ਅੱਗੇ ਸ਼ੇਅਰ ਕਰਦੀ ਹਾਂ ਕਿ ਜਦੋਂ ਇੰਨੀ ਵੱਡੀ ਪ੍ਰੋਬਲਮ ਆਈ ਤਾਂ ਗੁਰੂ ਜੀ ਨੇ ਉਦੋਂ ਇੱਕ ਵਾਰੀ ਜਲੰਧਰ ਬੈਠੇ ਇਹ ਗੱਲ ਕਹੀ ਸੀ ਕਿ ਹੁਣ ਤਾਂ ਮੈਂ ਬੈਠਾ, ਮੇਰੇ ਨਾਲ ਆਪਣੇ ਕਰਮ ਕੱਟ ਲਓ, ਫੇਰ ਪਤਾ ਨਹੀਂ ਕੀ ਹੋਣਾ। ਸੋ ਕਈ ਵਾਰੀ ਜਦੋਂ ਆਪਾਂ ਗੁਰੂ ਜੀ ਨਾਲ ਜੁੜਦੇ ਹਾਂ, ਕਈ ਪ੍ਰੋਬਲਮਸ ਆਪਾਂ ਨੂੰ ਐਗਰਾਵੇਟ ਹੋ ਕੇ ਆਉਂਦੀਆਂ ਨੇ,
ਪਰ ਉਹ ਪ੍ਰੋਬਲਮਸ ਚੋਂ ਗੁਰੂ ਜੀ ਆਪ ਹੀ ਕੱਢਦੇ ਨੇ। ਜੇ ਉਹ ਦਿੰਦੇ ਨੇ ਪ੍ਰੋਬਲਮ ਤਾਂ ਇਹ I have seen it in my life, in many other, I will share it all, ਕਿ ਗੁਰੂ ਜੀ ਜੇ ਤੁਹਾਨੂੰ ਕੋਈ ਸਿਚੁਏਸ਼ਨ ਚ ਪਾਉਂਦੇ ਨੇ ਉਹਨੂੰ ਕੱਢਦੇ ਵੀ ਆਪ ਅੱਗੇ ਹੋ ਕੇ ਕੱਢਦੇ ਨੇ, provided you keep the faith in him, ਕਿ ਗੁਰੂ ਜੀ ਤੁਸੀਂ ਹੀ ਕਰਨਾ ਹੈ ਐਂਡ ਆਈ ਐਮ ਥੈਂਕਫੁਲ ਤੁਸੀਂ ਮੈਨੂੰ ਇਹ ਦੁੱਖ ਵੀ ਦਿੱਤਾ ਕਿ ਤੁਸੀਂ ਮੇਰਾ ਕੁਝ ਕੱਢ ਰਹੇ ਹੋ। ਇਹ ਗੱਲ ਸਾਨੂੰ ਉਸ ਦਿਨ ਮਾਮਾ ਦੀ ਆਰਥਰਾਈਟਿਸ ਵਾਲੀ ਜਦੋਂ ਇਹ ਗੁਰੂ ਜੀ ਨੇ ਗੱਲ ਕੀ ਉਦੋਂ ਸਮਝ ਆਈ ਕਿ ਯੈਸ ਗੁਰੂ ਜੀ ਨੇ ਜੇ ਪ੍ਰੋਬਲਮ ਦਿੱਤੀ ਤਾਂ ਪਤਾ ਨਹੀਂ ਕਿੰਨੀ ਕੁ ਛੇਤੀ ਉਹ ਪ੍ਰੋਬਲਮ ਨੂੰ ਕਰਕੇ ਕੋਈ ਕਰਮ ਕੱਟ ਦਿੱਤਾ। ਉਸ ਤੋਂ ਬਾਅਦ 2006 ਵਿੱਚ ਮਾਮਾ ਨੂੰ ਇਹ ਪ੍ਰੋਬਲਮਸ ਅਚਾਨਕ ਆਉਂਦੀਆਂ ਸੀਗੀਆਂ, ਕੋਈ ਹਿਸਟਰੀ ਨਹੀਂ ਹੁੰਦੀ, ਕੁਝ ਨਹੀਂ ਹੁੰਦਾ। ਇਹ ਗੁਰੂ ਜੀ ਨੇ ਤੁਹਾਡੇ ਕੋਈ ਕਰਮ ਫਟਾਫਟ ਜਦੋਂ ਤੁਸੀਂ ਆ ਜਾਂਦੇ ਹੋ ਨਾ, ਗੁਰੂ ਜੀ ਦੀ ਕਹਿੰਦੇ ਰੱਬ ਦੀ ਨੇਚਰ ਹੁੰਦੀ ਬਲੈਸ ਕਰਨ ਦੀ। ਸੋ ਸਮਟਾਈਮਸ ਹੀ ਇਜ਼ ਇਨ ਅ ਹਰੀ ਟੂ ਬਲੈਸ ਯੂ, ਤਾਂ ਛੇਤੀ ਛੇਤੀ ਤੁਹਾਨੂੰ ਪ੍ਰੋਬਲਮਸ ਵੀ ਦਿੰਦੇ ਨੇ। 2006 ਚ ਮਾਮਾ ਨੂੰ ਅਚਾਨਕ ਹੀ ਲੰਗਸ ਚ ਪਾਣੀ ਪੈ ਗਿਆ। ਕਦੇ ਕੋਈ ਲੰਗਸ ਦੀ ਪ੍ਰੋਬਲਮ ਹੈ ਹੀ ਨਹੀਂ ਸੀ ਪਹਿਲਾਂ, ਕਦੇ ਵੀ ਨਹੀਂ ਸੀ। ਐਂਡ ਬਹੁਤ ਟ੍ਰੀਟਮੈਂਟ ਵੀ ਹੋਇਆ, ਮਿਸ ਡਾਇਗਨੋਸਿਸ ਵੀ ਹੋਇਆ, ਇੱਧਰ ਉੱਧਰ ਡਾਕਟਰਾਂ ਦੇ ਵੀ ਬਹੁਤ ਚੱਕਰ ਕੱਟੇ। ਤਾਂ ਡਾਇਗਨੋਸਿਸ ਦੋ ਚੀਜ਼ਾਂ ਵਾਸਤੇ ਬਹੁਤ ਕਨਫਿਊਜ਼ਿੰਗ ਸੀਗਾ ਕਿ ਇਧਰ sarcoidosis which is an autoimmune disease or it is non-Hodgkin's lymphoma। ਉਦੋਂ ਤੱਕ ਮੈਂ US ਚ ਆ ਗਈ ਸੀਗੀ। ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ ਕਿ ਦੀਦੀ most likely the diagnosis is of non-Hodgkin's, ਤੇ he did not want to say it directly, ਪਰ ਉਹਨੇ ਕਿਹਾ ਕਿ ਜੇ ਇਹ ਜੀ ਚੀਜ਼ ਕੋਈ ਡਾਇਗਨੋਸ ਹੁੰਦੀ ਹੈ ਤਾਂ ਉਦੋਂ ਲਾਈਫ ਸਿਰਫ ਮਹੀਨੇ ਕੁ ਦੀ ਹੁੰਦੀ ਹੈ। ਸੰਗਤ ਜੀ ਆਪਣੇ ਕੋਲ ਤਾਂ ਸਿਰਫ ਗੁਰੂ ਜੀ ਨੇ, ਮੇਰੇ ਕੋਲ ਤਾਂ ਸਿਰਫ ਗੁਰੂ ਜੀ ਸੀ, ਹੈ ਤੇ ਰਹਿਣਗੇ। ਮੈਂ ਕਿਹਾ ਗੁਰੂ ਜੀ ਆਈ ਨੀਡ ਮਾਮਾ, ਪਰ ਤੁਸੀਂ ਦੇਖ ਲਓ ਕਿੰਨੇ ਔਖੇ ਨੇ ਉਹ। ਉਹੀ ਗੁਰੂ ਜੀ ਨਾਲ, ਗੁਰੂ ਜੀ ਉਦੋਂ ਤੱਕ ਦਿੱਲੀ ਸੀਗੇ, ਫਿਰ ਗੁਰੂ ਜੀ ਨਾਲ ਉੱਥੇ ਗੱਲ ਕੀਤੀ ਦਿੱਲੀ ਵੀ ਆਹ ਪ੍ਰੋਬਲਮ ਆਈ ਹੈ ਤੇ ਸਮਝ ਨਹੀਂ ਆ ਰਹੀ ਕੀ ਹੋ ਰਿਹਾ। ਗੁਰੂ ਜੀ ਨੇ ਫੇਰ ਗੁਰੂ ਜੀ ਦੇ ਬਚਨ, ਕੁਛ ਨਹੀਂ ਹੋਇਆ ਮਾਮੀ ਨੂੰ। ਦਿੱਲੀ 'ਚ ਹੀ ਮਾਮਾ ਦਾ ਇਲਾਜ ਹੋਇਆ। ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਬਲੈਸਿੰਗਸ ਗੁਰੂ ਜੀ ਦੀਆਂ ਹੀ ਚੱਲਦੀਆਂ ਨੇ। ਡਾਕਟਰਾਂ ਦੇ ਗੇੜੇ, ਹਸਪੀਟਲਸ ਦੇ ਗੇੜੇ ਤੁਹਾਨੂੰ ਤੁਹਾਡੇ ਕਰਮਾਂ ਦੇ ਨੇ, ਉਹ ਤੁਹਾਨੂੰ ਕਈ ਵਾਰੀ ਕੱਟਣੇ ਵੀ ਪੈਂਦੇ ਨੇ। ਉਸ ਤੋਂ ਬਾਅਦ ਗੁਰੂ ਜੀ 2006 ਦਸੰਬਰ 'ਚ ਆਪਣੀ ਨੀਸ ਦੀ ਵੈਡਿੰਗ ਤੇ ਡੁਗਰੀ ਆਏ। ਉਦੋਂ ਤੱਕ ਮਾਮਾ ਥੋੜਾ ਜਿਹਾ ਤੁਰਨ ਫਿਰਨ ਵਾਸਤੇ ਹੋ ਗਏ ਸੀਗੇ, ਤਾਂ ਗੁਰੂ ਜੀ ਨੇ ਸਪੈਸ਼ਲੀ ਮੈਸੇਜ ਵੀ ਭੇਜਿਆ ਕਿ ਮਾਮੀ ਨੂੰ ਕਹੋ ਮੈਨੂੰ ਮਿਲੇ ਉੱਥੇ ਆ ਕੇ। ਮਾਮਾ ਵਾਸ ਏਬਲ ਟੂ ਗੋ। ਆਫ ਕੋਰਸ ਜਦੋਂ ਉਹਨਾਂ ਨੇ ਬੁਲਾਇਆ ਤਾਂ ਉਹਨਾਂ ਨੇ ਉਹਨਾਂ ਜੋਗਾ ਵੀ ਕਰਤਾ ਕਿ ਉਹ ਆ ਸਕਣ। ਮਾਮਾ ਨੇ ਜਾ ਕੇ ਜਦੋਂ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਉਦੋਂ ਬਚਨ ਕੀਤੇ ਕਿ ਮਾਮੀ ਦਾ ਪਟਾਕਾ ਪੈ ਜਾਣਾ ਸੀ, ਜਾ ਨਿਊ ਲਾਈਫ ਐਸ਼ ਕਰ। ਕਿੰਨੀ ਵੱਡੀ ਬਲੈਸਿੰਗ ਹੈ ਸੰਗਤ ਜੀ, ਇਹ ਸਿਰਫ ਵਰਡਸ ਨਹੀਂ ਹੈਗੇ, ਇਹ ਤੁਹਾਨੂੰ ਉਹਨਾਂ ਨੇ ਤੁਹਾਡੀ ਉਮਰ ਦਰਾਜ਼ੀ ਹੈ, ਤੁਹਾਨੂੰ ਤੁਹਾਡੀ ਸਿਹਤ ਦਿੱਤੀ ਹੈ। ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਕੈਜੂਅਲੀ ਐਂ ਕਰ ਸਕਦੇ ਹਾਂ। ਇਹ ਉਹਨਾਂ ਨੇ ਤਰਸ ਕੀਤਾ। ਸ਼ੁਕਰਾਨਾ ਗੁਰੂ ਜੀ, ਕਿਸੇ ਬੱਚੇ ਨੂੰ ਆਪਣੀ ਮਾਂ ਦੀ ਜ਼ਿੰਦਗੀ ਮਿਲ ਜੇ, ਬਹੁਤ ਸ਼ੁਕਰਾਨਾ, ਬਹੁਤ ਜ਼ਿਆਦਾ ਸ਼ੁਕਰਾਨਾ। ਮੇਰੇ ਮਦਰ ਪਾਠ ਕਰਦੇ ਹੁੰਦੇ ਸੀ, ਪਰ ਸੁਖਮਨੀ ਸਾਹਿਬ ਤੋਂ ਜ਼ਿਆਦਾ, ਜਿਵੇਂ ਘਰ ਦੇ ਕੰਮਾਂ 'ਚ ਕਦੇ ਟਾਈਮ ਨਹੀਂ ਸੀ ਮਿਲਿਆ ਇਸ ਤੋਂ ਜ਼ਿਆਦਾ ਪਾਠ ਕਰਨ ਦਾ। 5 ਬਾਣੀਆਂ ਦਾ ਪਾਠ ਕਰ ਲੈਣਾ ਤੇ ਸੁਖਮਨੀ ਸਾਹਿਬ ਦਾ ਪਾਠ ਕਰ ਲੈਣਾ। ਗੁਰੂ ਜੀ ਨੇ ਬਾਣੀ ਨਾਲ ਜੋੜਿਆ। ਗੁਰੂ ਜੀ ਨੇ ਮਾਮਾ ਨੂੰ ਕਿਹਾ ਕਿ ਮਾਮੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਜੇ ਕਰ ਨਹੀਂ ਸਕਦੀ ਤਾਂ ਸੁਣ ਲੈ। ਪਰ ਹਿੰਮਤ ਦਿੱਤੀ ਨਾਲ ਕਿ ਮਾਮਾ ਵਾਸ ਏਬਲ ਟੂ ਫਿਨਿਸ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਪਹਿਲੀ ਵਾਰੀ ਗੁਰੂ ਜੀ ਦੇ ਹੁਕਮ ਨਾਲ। ਤੇ ਉਸ ਤੋਂ ਬਾਅਦ ਗੁਰੂ ਜੀ ਦੀ ਇੰਨੀ ਕੁ ਮਿਹਰ ਹੋਈ ਕਿ ਹੁਣ ਮਾਮਾ, ਉਸ ਟਾਈਮ ਮਾਮਾ 1 ਸਾਲ 'ਚ 6 ਵਾਰੀ 7 ਵਾਰੀ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਲੈਂਦੇ ਸੀ। ਸ਼ੁਕਰਾਨਾ ਗੁਰੂ ਜੀ। ਗੁਰੂ ਜੀ ਦੇ ਦਰਬਾਰ 'ਚ ਜਦੋਂ ਸ਼ਬਦ ਚੱਲਦੇ ਨੇ ਤੇ ਅਸਲ 'ਚ ਉਹਨਾਂ ਦਾ ਮੋਟਿਵ ਤਾਂ ਇਹੀ ਹੈ ਨਾ ਕਿ ਤੁਸੀਂ ਬਾਣੀ ਨਾਲ ਜੁੜੋ, ਉਸ ਸੱਚ ਨਾਲ ਜੁੜੋ, ਤੁਰਕੀ ਬਾਣੀ ਨਾਲ ਜੁੜੋ ਜਿਹੜੀ ਕਿ ਉੱਪਰੋਂ ਆਈ ਹੈ, ਜਿਹੜੀ ਆਪਾਂ ਨੂੰ ਹੀਲ ਕਰਦੀ ਹੈ, ਆਪਾਂ ਨੂੰ
ਪ੍ਰੈਕਟੀਕਲੀ ਲਾਈਫ ਦੀਆਂ ਗੱਲਾਂ ਸਿਖਾਉਂਦੀ ਹੈ। ਉਸ ਤੋਂ ਮੈਂ ਆਪਣੇ ਪਾਪਾ, ਮੇਰੇ ਫਾਦਰ, ਗੁਰੂ ਜੀ ਦੀ, ਆਪਾਂ ਕੌਣ ਹੁੰਨੇ ਆ ਜੀ? ਇੱਕ ਛੋਟੀਆਂ ਛੋਟੀਆਂ ਡੈਜ਼ਿਗਨੇਸ਼ਨਸ ਨੂੰ ਆਪਾਂ ਸੋਚਦੇ ਹਾਂ ਕਿ ਜ਼ਿੰਦਗੀ ਭਰ ਦੀਆਂ ਨੇ। ਇਹ ਉਹ ਆਪਾਂ ਨੂੰ ਨਾ ਨਵਾਜ਼ਦੇ ਨੇ ਇਹਨਾਂ ਚੀਜ਼ਾਂ ਨਾਲ, ਆਪਾਂ ਨੂੰ ਸਜਾਉਂਦੇ ਨੇ। ਕੋਈ ਉਹਨਾਂ ਦੀ ਮਿਹਰ ਹੁੰਦੀ ਹੈ ਤਾਂ ਨਿਮਾਣਿਆਂ ਨੂੰ ਮਾਣ ਦਿੰਦੇ ਨੇ ਉਹ। My father has retired as DIG from Punjab Police. He is an IPS, retired IPS officer. ਪਰ ਗੁਰੂ ਮਹਾਰਾਜ ਉਹਨਾਂ ਨੂੰ ਇੰਨਾ ਪਿਆਰ ਕਰਦੇ ਸੀ, ਬਹੁਤ ਪਿਆਰ ਕਰਦੇ ਸੀ ਪਾਪਾ ਨੂੰ। ਗੁਰੂ ਜੀ ਦਾ ਪਿੰਡ ਡੁਗਰੀ ਚ ਸੰਗਰੂਰ ਡਿਸਟ੍ਰਿਕਟ ਚ ਪੈਂਦਾ, ਤੇ ਪਾਪਾ ਦੀ ਉਹਨਾਂ ਨੇ ਉੱਥੇ ਪੋਸਟਿੰਗ ਬਹੁਤ ਦੇਰ ਉੱਥੇ ਰੱਖੀ, ਜਦੋਂ ਤੱਕ ਗੁਰੂ ਜੀ ਉੱਥੇ ਹਸਪੀਟਲ ਬਣਾਉਣਾ ਚਾਹੁੰਦੇ ਸੀ, ਨਾਲ ਨਰਸਿੰਗ ਦਾ ਸਕੂਲ ਬਣਾਉਣਾ ਚਾਹੁੰਦੇ ਸੀ। ਜਦੋਂ ਤੱਕ ਉਹ ਫੈਸਲੇ ਪਾਪਾ ਦੇ ਥਰੂ ਗੁਰੂ ਜੀ ਨੇ ਕਰਾਏ, ਪਿੰਡ ਵਾਲੀ ਜ਼ਮੀਨ ਨਹੀਂ ਸੀ ਦੇਣਾ ਚਾਹੁੰਦੇ, ਉਹ ਸਾਰਾ ਕੁਝ ਕਰਨਾ ਗੁਰੂ ਜੀ ਨੇ ਹੈ। ਪਰ ਉਹ ਉਹਨਾਂ ਨੇ ਆਪਣੇ ਭਗਤ ਨੂੰ ਕਿਵੇਂ ਉਹ ਕੰਮ ਦੇਣਾ ਹੈ, ਕਿਵੇਂ ਉਹਨੂੰ ਉਹ ਵਡਿਆਈ ਦੇਣੀ ਹੈ, ਇਹ ਉਹ ਡਿਸਾਈਡ ਕਰਦੇ ਨੇ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਗੁਰੂ ਜੀ ਵੱਡੇ ਮੰਦਿਰ ਦਰਬਾਰ ਲੱਗਦਾ ਸੀ ਤਾਂ ਉੱਥੇ ਕਿਹੜੀ ਕਿਹੜੀ ਡਿਗਨਿਟਰੀ ਕੌਣ ਨਹੀਂ ਸੀ ਆਉਂਦਾ, ਵੀ ਆਲ ਨੋ। ਸੋ ਇੱਕ ਵਾਰੀ ਪਾਪਾ ਗਏ ਤੇ ਸਮ, ਆਈ ਵਿਲ ਨਾਟ ਟੇਕ ਦ ਨੇਮ, ਕੋਈ ਹਾਈ ਪ੍ਰੋਫਾਈਲ ਡਿਗਨਿਟਰੀ ਬੈਠੇ ਸੀਗੇ, ਤੇ ਗੁਰੂ ਜੀ ਨੇ ਜਦੋਂ ਪਾਪਾ ਨੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਪਤਾ ਇਹ ਕੌਣ ਹੈ? ਮਤਲਬ ਇੱਕ ਪੰਜਾਬ ਪੁਲਿਸ ਦੇ ਤੁਸੀਂ ਪੁਲਿਸ ਆਫਿਸਰ ਨੂੰ ਦਿੱਲੀ ਕੌਣ ਜਾਣ ਸਕਦਾ ਹੈ? ਤਾਂ ਉਹਨਾਂ ਨੇ ਦੇਖਿਆ ਤਾਂ ਗੁਰੂ ਜੀ ਦੇ ਬਚਨ ਹੀ ਹੁੰਦੇ ਨੇ, ਕਹਿੰਦੇ ਇੰਡੀਆ ਦਾ ਨਹੀਂ, ਇਹ ਪੂਰੇ ਪੰਜਾਬ ਦਾ ਨਹੀਂ, ਇਹ ਪੂਰੇ ਇੰਡੀਆ ਦਾ SSP ਹੈ। ਬਹੁਤ ਸ਼ੁਕਰਾਨਾ ਗੁਰੂ ਜੀ ਕਿ ਉਹਨਾਂ ਦੇ ਇਹ ਬਚਨ ਕਰਨ ਨਾਲ ਪਾਪਾ ਵਾਸ ਅਵਾਰਡਡ ਐਜ਼ ਮੋਸਟ ਓਨੈਸਟ ਪੁਲਿਸ ਆਫਿਸਰ ਬਾਈ ਫੈਡਰਲ ਗਵਰਨਮੈਂਟ ਆਫ ਇੰਡੀਆ, ਤੇ ਬਾਈ ਸੈਂਟਰਲ ਗਵਰਨਮੈਂਟ ਆਫ ਇੰਡੀਆ। ਐਂਡ ਅੱਜ ਤੱਕ ਪਾਪਾ ਇਜ਼ enjoying even his retirement, ਇੰਨੀ ਇੱਜ਼ਤ ਉਹਨਾਂ ਨੂੰ ਮਿਲਦੀ ਹੈ। he is running some NGOs, ਬਹੁਤ ਸਮਾਜ ਸੇਵਾ ਚ ਲੱਗੇ ਹੋਏ ਨੇ, ਬਹੁਤ ਗੁਰੂ ਜੀ ਦੀ ਮਿਹਰ ਦੇ ਨਾਲ। ਉਹ ਮਿਹਰ ਕਰਦੇ ਨੇ ਤਾਂ ਹੀ ਤੁਹਾਡੇ ਆਪਣੇ ਕਰਮ ਵੀ ਤੁਸੀਂ ਸੁਧਾਰ ਸਕਦੇ ਹੋ। my brother, when we started going to ਗੁਰੂ ਜੀ, ਮੈਂ 17-18, ਉਹ 15-16 ਸਾਲ ਦਾ ਸੀ ਉਦੋਂ। young ਬੱਚਾ, too many questions in his mind, ਪਰ ਗੁਰੂ ਜੀ ਦਾ ਬੜਾ ਪਿਆਰਾ ਬੱਚਾ, ਉਹ ਬਹੁਤ ਪਿਆਰ ਕਰਦੇ ਨੇ ਉਹਨੂੰ, ਅੱਜ ਵੀ ਗੁਰੂ ਜੀ ਬੜਾ ਹੀ ਪਿਆਰ ਕਰਦੇ ਨੇ। ਤਾਂ ਗੁਰੂ ਜੀ ਹੀ ਨਿਊ, ਗੁਰੂ ਜੀ ਨੂੰ ਤਾਂ ਪਤਾ ਸੀਗਾ ਕਿ ਇਹ ਦਿਮਾਗ 'ਚ ਬੜੇ ਕੁਐਸਚਨ ਹੈ ਕਿ ਤੁਸੀਂ ਹੋ ਕੌਣ, ਰੱਬ ਕੀ ਚੀਜ਼ ਹੈ, what is in our hand, how everything works। ਪਰ ਗੁਰੂ ਜੀ ਇਹ ਚੀਜ਼ਾਂ ਨਾ ਕਈ ਵਾਰੀ ਆਪਾਂ ਨੂੰ right away answer ਨਹੀਂ ਮਿਲਦਾ। as we live through this life or many other lives, eventually ਸਭ ਨੂੰ ਆਨਸਰ ਮਿਲ ਹੀ ਜਾਣਾ। ਤਾਂ ਗੁਰੂ ਜੀ ਨੇ ਇੱਕ ਦਿਨ ਉਹਨੂੰ ਆਪਣੇ ਰੂਮ 'ਚ, ਜਲੰਧਰ ਦੀ ਗੱਲ ਹੈ, ਉੱਥੇ ਬੁਲਾਇਆ, ਔਰ ਗੁਰੂ ਜੀ ਨੇ ਉਹਨੂੰ ਆਪਣੇ 10 ਦਵਾਰਾਂ ਦੇ ਦਰਸ਼ਨ ਕਰਾਏ। ਥੈਂਕ ਯੂ ਗੁਰੂ ਜੀ, ਸ਼ੁਕਰਾਨਾ। ਉਹ ਬੱਚੇ ਦੀ ਕਿਸਮਤ ਜਾਗ ਗਈ ਵੀ ਰੱਬ ਦੇ ਐਡੇ ਵੱਡੇ ਦਰਸ਼ਨ ਕਰ ਲਏ। ਔਰ ਪਠਾਨ ਉਹਦਾ ਨਾਮ ਹੈ। ਇੰਨਾ he was mesmerized ਕਿ ਹਰ ਦਵਾਰ ਚੋਂ ਇੱਕ ਡਿਫਰੈਂਟ ਖੁਸ਼ਬੂ ਗੁਰੂ ਜੀ ਦੀ ਆਉਂਦੀ ਹੈ। ਇਹ ਕਿਹਦੇ ਹੋ ਸਕਦੀ ਹੈ? ਇੱਕ ਸਿਰਫ ਰੱਬ ਹੋ ਸਕਦਾ। ਸੰਗਤ ਜੀ, ਮੈਂ ਸਿਰਫ ਤੁਹਾਨੂੰ ਆਪਣੇ ਮਨ ਦੀਆਂ ਫੀਲਿੰਗਸ, ਆਪਣੇ ਐਕਸਪੀਰੀਐਂਸਿਸ, ਆਪਣੀ ਪਰਿਵਾਰ ਦੇ ਐਕਸਪੀਰੀਐਂਸਿਸ, ਮੈਂ ਸਿਰਫ ਉਹ ਨਰੇਟ ਕਰ ਰਹੀ ਹਾਂ। ਔਰ ਮੇਰੇ ਲਈ ਗੁਰੂ ਜੀ ਖੁਦ ਨਿਰੰਕਾਰ ਨੇ, ਖੁਦ ਪਰਮਾਤਮਾ ਨੇ। and he has shown it to me and my family millions of times, practically as well as emotionally, ਕਿ ਮੈਂ ਇੱਥੇ ਹੀ ਹਾਂ। ਸੰਗਤ ਜੀ, ਮੈਂ ਆਪਣੀ ਗੱਲ ਦੱਸਾਂ ਕਿ ਗੁਰੂ ਜੀ ਮੈਨੂੰ, ਸ਼ੁਕਰ ਹੈ ਗੁਰੂ ਜੀ, ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ, ਅੱਜ ਤੱਕ ਵੀ ਦਿੰਦੇ ਹੋ, ਆਪਣੀ ਬੁੱਕਲ 'ਚ ਲੈ ਕੇ ਰੱਖਦੇ ਹੋ।
ਗੁਰੂ ਜੀ ਮੈਨੂੰ ਬਹੁਤ ਪਿਆਰ ਨਾਲ ਡਾਕਟਰ ਸਾਹਿਬ ਕਹਿੰਦੇ ਸੀ। ਗੁਰੂ ਜੀ ਨੇ ਮੇਰਾ ਨਾਮ ਕਦੇ ਨਹੀਂ ਲਿਆ, ਮੈਨੂੰ ਹਮੇਸ਼ਾ ਡਾਕਟਰ ਸਾਹਿਬ ਕਹਿ ਕੇ ਬੁਲਾਇਆ, ਈਵਨ ਬਿਫੋਰ ਕਿ ਮੇਰੀ ਉੱਥੇ ਐਡਮਿਸ਼ਨ ਵੀ ਹੋਈ ਸੀ ਜਦੋਂ ਇਨ ਡੈਂਟਲ ਕਾਲਜ। ਮੈਨੂੰ ਇੰਨੀ ਸ਼ਰਮ ਆਉਂਦੀ ਸੀ, ਔਰ ਮੈਨੂੰ I still am ਇੱਕ ਪੰਜਾਬ ਦੀ ਭੋਲੀ ਜੀ ਲੜਕੀ ਜਿਹੜੀ ਕਿ ਸਿਰਫ ਸੂਟ ਪਾ ਕੇ ਸਿਰ ਨੀਵਾਂ ਕਰਕੇ ਗੁਰੂ ਜੀ ਕੋਲ ਬੈਠ ਜਾਂਦੀ ਸੀ, ਔਰ ਗੁਰੂ ਮਹਾਰਾਜ ਉਹਨੂੰ ਮੈਨੂੰ ਬੜੇ ਪਿਆਰ ਆਪਣੇ ਕੋਲ ਬੁਲਾ ਲੈਂਦੇ ਸੀ, ਕਦੇ ਆਪਣੇ ਚਰਨ ਦੇ ਦੇਣੇ, ਕਦੇ ਆਪਣੇ ਹੱਥ ਦੇ ਦੇਣੇ ਦਬਾਉਣ ਵਾਸਤੇ। ਤੇ ਨਾ ਮੈਂ ਕਦੇ ਗੁਰੂ ਜੀ ਨੂੰ ਕੋਈ ਸਵਾਲ ਪੁੱਛਿਆ, ਤੇ ਗੁਰੂ ਜੀ ਨੇ ਕਦੇ ਆਪਣੀ ਮੌਜ ਆਣੀ ਤਾਂ ਮੈਨੂੰ ਆਪਣੇ ਆਪ ਕੋਈ ਗੱਲ ਕਰ ਲੈਣੀ ਤਾਂ ਮੈਂ ਹਾਂਜੀ ਜਾਂ ਨਾ ਜੀ ਕਰ ਦਿੰਦੀ ਸੀ। ਪਰ ਮੇਰੇ ਚ ਇੰਨੀ ਹਿੰਮਤ, ਇੰਨੇ ਗਟਸ ਮੇਰੇ ਚ ਨਹੀਂ ਸੀ ਕਿ ਮੈਂ ਗੁਰੂ ਜੀ ਵੱਲ ਦੇਖਾਂ ਵੀ ਤੇ ਗੁਰੂ ਜੀ ਨੂੰ ਕੋਈ ਸਵਾਲ ਵੀ ਪੁੱਛਾਂ। ਨਾ ਹੀ ਮੇਰੇ ਮਨ ਚ ਕੋਈ ਸਵਾਲ ਆਉਂਦਾ ਸੀ ਸੰਗਤ ਜੀ। ਮਤਲਬ ਜੇ ਮੈਂ ਸੋਚਾਂ ਵੀ ਕਿ ਮੈਂ ਪੁੱਛਣਾ ਵੀ ਕੀ ਚਾਹੁੰਦੀ ਸੀ, ਕੁਝ ਵੀ ਨਹੀਂ, ਮੇਰੇ ਲਈ ਉਹੀ ਸਭ ਕੁਝ ਸੀ ਕਿ ਹਾਂ ਗੁਰੂ ਜੀ ਨੇ ਮੈਨੂੰ ਬੁਲਾ ਲਿਆ, ਮੈਂ ਉੱਥੇ ਬੈਠੀ ਹਾਂ ਐਂਡ ਆਈ ਐਮ ਜਸਟ ਇੰਜੋਇੰਗ ਇਟ। ਔਰ ਉਹ ਮੈਨੂੰ ਬਲੈਸ ਕਰਦੇ ਰਹੇ ਸੰਗਤ ਜੀ। ਫਿਰ ਗੁਰੂ ਜੀ ਨੇ I successfully completed my dental degree and ਕਈ ਗੱਲਾਂ ਤੁਹਾਨੂੰ ਬੜੀ ਥੋੜੀ ਦੇਰ ਬਾਅਦ ਵੀ ਅਹਿਸਾਸ ਹੁੰਦੀਆਂ ਨੇ ਕਿ ਮੈਂ ਨੰਬਰ 7 ਗੁਰੂ ਜੀ ਦੀ, because he's himself born on 7th July, 7ਵੇਂ ਮਹੀਨੇ ਚ। ਤਾਂ ਮੈਂ ਜਦੋਂ ਫਰਸਟ ਈਅਰ ਆਪਣਾ ਡੈਂਟਲ ਕਾਲਜ ਦਾ ਰਿਜ਼ਲਟ ਆਇਆ, ਮੈਂ ਕੋਈ ਬਹੁਤ ਸਮਾਰਟ ਇੰਟੈਲੀਜੈਂਟ ਇਹ ਜੀ ਮੇਰੇ ਚ ਕੋਈ ਗੱਲ ਨਹੀਂ ਹੈਗੀ ਆ, but I had 7th position in the university. ਥੈਂਕ ਯੂ ਗੁਰੂ ਜੀ। ਮੈਨੂੰ ਕਈ ਚੀਜ਼ਾਂ ਤੁਹਾਨੂੰ ਟਾਈਮ ਨਾਲ ਗੁਰੂ ਜੀ ਆਪੇ ਰਿਅਲਾਈਜ਼ ਕਰਾਉਂਦੇ ਨੇ। ਫਿਰ ਗੁਰੂ ਜੀ ਨੇ ਮੇਰਾ ਵਿਆਹ ਕਰਵਾਇਆ। ਸੋ ਜਦੋਂ ਗੁਰੂ ਜੀ ਕੋਲ ਜਦੋਂ ਗੁਰੂ ਜੀ ਦਿੱਲੀ ਜਾਂ ਪੰਚਕੂਲੇ ਹੁੰਦੇ ਸੀ, ਉਦੋਂ ਤੱਕ ਮੇਰੀ ਡਿਗਰੀ ਫਿਨਿਸ਼ ਹੋਈ ਐਂਡ ਗੁਰੂ ਜੀ ਕਦੇ ਕੋਈ ਰਿਸ਼ਤਾ ਦੱਸ ਦੇਣਾ ਮਾਮਾ ਪਾਪਾ ਨੂੰ, ਪਹਿਲਾਂ ਦੱਸ ਦੇਣਾ, ਫਿਰ ਹੱਸ ਪੈਣਾ, ਫਿਰ ਅਗਲੀ ਵਾਰੀ ਕਹਿ ਦੇਣਾ ਨਹੀਂ ਰਹਿਣ ਦੋ। ਗੁਰੂ ਜੀ ਦੀਆਂ ਆਪਣੀਆਂ ਹੀ ਖੇਡਾਂ ਹੁੰਦੀਆਂ ਸੀਗੀਆਂ ਐਂਡ all we were saying was ਹਾਂਜੀ ਗੁਰੂ ਜੀ, ਹਾਂਜੀ ਗੁਰੂ ਜੀ। So I met my husband in dental college in Faridkot. ਮੇਰੀ ਸਿਰਫ ਇੱਕੋ ਹੀ ਉਹ ਸੀਗੀ ਕਿ ਗੁਰੂ ਜੀ ਹਾਂ ਕਰਨਗੇ ਤਾਂ ਇਹ ਹੋਊਗਾ, ਨਹੀਂ ਤਾਂ ਇਹ ਨਹੀਂ ਹੋ ਸਕਦਾ। ਸੋ ਗੁਰੂ ਜੀ ਨਾਲ ਗੱਲ ਕੀਤੀ ਤਾਂ ਮੈਂ ਸੰਗਤ ਜੀ ਬਹੁਤ ਪਾਠ ਕਰਦੀ ਹੁੰਦੀ ਸੀ ਸ਼ੁਰੂ ਤੋਂ, ever since 4th 5th grade। ਮੈਂ ਸਿਰਫ ਇਹ ਦੱਸ ਰਹੀ ਹਾਂ ਕਿਉਂਕਿ ਗੁਰੂ ਜੀ ਨੇ ਜੋ ਮੈਨੂੰ ਕਿਹਾ ਉਸ ਤੋਂ ਬਾਅਦ that's why it's relevant, ਨਹੀਂ ਤਾਂ ਮੈਂ ਕੌਣ ਆ ਪਾਠ ਕਰਨ ਵਾਲੀ। ਕਿ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦੀ। by the time I finished dental college ਮੈਂ 3 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰ ਲੈਂਦੀ ਸੀ। ਫਿਰ ਸ਼ਿਵ ਪੁਰਾਣ ਵੀ ਗੁਰੂ ਜੀ ਨੇ ਕਿਹਾ ਕਿ ਪੜਿਆ ਕਰੋ। ਤੇ ਜਦੋਂ ਅਮਨ ਮੇਰੇ ਹਸਬੈਂਡ ਦੀ ਪਿਕਚਰ ਦਿਖਾਈ ਗੁਰੂ ਜੀ ਨੂੰ ਪਾਪਾ ਨੇ, ਮੇਰੇ ਚ ਤਾਂ ਕੋਈ ਹਿੰਮਤ ਨਹੀਂ ਸੀ ਗੁਰੂ ਜੀ ਨਾਲ ਗੱਲ ਕਰਨ ਦੀ। ਤਾਂ ਗੁਰੂ ਜੀ ਨੇ ਸਿਰਫ ਮੇਰੇ ਵੱਲ ਦੇਖ ਕੇ ਇੰਨਾ ਕਿਹਾ ਕਿ ਉੱਥੇ ਤੇਰੇ ਕੋਲ ਪਾਠ ਕਰਨ ਦਾ ਟਾਈਮ ਨਹੀਂ ਹੋਣਾ। what could I say? ਮੈਂ ਸਿਰ ਨੀਵਾਂ ਕਰ ਲਿਆ ਜਿਵੇਂ ਤੁਹਾਨੂੰ ਠੀਕ ਲੱਗਦਾ ਗੁਰੂ ਜੀ। ਐਂਡ ਥੋੜੀ ਦੇਰ ਬਾਅਦ, ਥੋੜੇ ਮਹੀਨਿਆਂ ਬਾਅਦ ਐਕਚੁਅਲੀ, ਗੁਰੂ ਜੀ ਨੇ in the month of July of 2000 ਗੁਰੂ ਜੀ ਨੇ ਪਾਪਾ ਨੂੰ ਕਿਹਾ ਕਿ ਚੈਲ ਸਾਹਿਬ ਬੇਟੀ ਦਾ ਵਿਆਹ ਕਰਿਆਓ, ਅਮਰੀਕਾ ਚ ਹੀ ਕਰਿਆਓ ਔਰ ਉੱਥੇ ਹੀ ਸਾਰੇ ਕੁਝ ਕਰਿਆਓ। ਤੇ ਪਾਪਾ ਕਹਿੰਦੇ ਵੀ ਗੁਰੂ ਜੀ ਫਿਰ ਕਦੋਂ ਕਰਕੇ ਆਈਏ? ਤਾਂ ਗੁਰੂ ਜੀ ਨੇ ਮੈਂ ਸੇਮ ਗੱਲ ਬਾਰੀ ਰਿਪੀਟ ਕਰ ਰਹੀ ਕਿ ਇਹ ਸਿਰਫ ਉਹਨਾਂ ਦਾ ਹੁਕਮ ਹੈ, ਸਿਰਫ ਉਹਨਾਂ ਨੇ ਪਲਾਨ ਕੀਤਾ ਹੋਇਆ, ਆਪਾਂ ਸਿਰਫ ਉਸ ਚੀਜ਼ ਨੂੰ ਵੀ ਆਰ ਜਸਟ ਲਿਵਿੰਗ ਇਟ। ਗੁਰੂ ਜੀ ਨੇ ਉਦੋਂ ਹੀ 2 ਡੇਟਸ ਦਿੱਤੀਆਂ, ਕਹਿੰਦੇ 2 ਨਵੰਬਰ ਨੂੰ ਕਰ ਦੋ ਜਾਂ 7 ਦਸੰਬਰ ਨੂੰ ਕਰ ਦੋ। ਦੋਵੇਂ ਦਿਨ ਥਰਸਡੇ ਦੇ ਸੀਗੇ। ਐਂਡ ਫਿਰ ਗੁਰੂ ਜੀ ਨਾਲ ਗੱਲ ਕੀਤੀ ਕਿ ਗੁਰੂ ਜੀ ਥਰਸਡੇ ਨੂੰ ਤਾਂ ਅਮਰੀਕਾ ਚ ਕੋਈ ਵਿਆਹ ਨਹੀਂ ਕਰਦਾ। ਹੁਣ ਟਾਈਮਸ ਡਿਫਰੈਂਟ ਹੋ ਗਏ। ਆਈ ਐਮ ਟਾਕਿੰਗ ਅਬਾਊਟ 22 years back। ਤਾਂ ਗੁਰੂ ਜੀ ਕਹਿੰਦੇ ਜਦੋਂ ਮੈਂ ਕਹਿ ਰਿਹਾ ਬਹੁਤ ਸੋਹਣਾ ਵਿਆਹ ਹੋਊਗਾ, ਬੜਾ ਇਕੱਠ ਹੋਊਗਾ, ਤੁਸੀਂ ਚੈਲ ਸਾਹਿਬ ਕਰੋ। ਫਿਰ ਚਲੋ ਜੀ 7 ਦਸੰਬਰ ਦਾ ਵਿਆਹ ਫਿਕਸ ਹੋਇਆ।
ਮੇਰੇ ਹਸਬੰਡ ਨਾਲ ਮੈਂ ਗੱਲ ਕੀਤੀ ਐਂਡ ਇਟਸ ਸਪੋਜ਼ਡ ਟੂ ਬੀ ਅ ਪਰਲ ਹਾਰਬਰ ਡੇ ਇਨ US। ਤਾਂ ਕਹਿੰਦੇ ਵੀ ਮੈਨੂੰ ਅਮਨ ਨੇ ਕਿਹਾ ਕਿ ਪਰਲ ਹਾਰਬਰ ਡੇ ਤੇ ਸੱਚ ਅ ਸੈਡ ਡੇ ਇਨ US, ਕੋਈ ਵਿਆਹ ਨਹੀਂ ਕਰਾਉਂਦਾ ਉਸ ਦਿਨ। ਮੈਂ ਕਿਹਾ ਵੀ ਦੇਖੋ ਜੇ ਮੇਰੇ ਨਾਲ ਕਰਾਉਣਾ ਤਾਂ ਇਸੇ ਦਿਨ ਹੋਊਗਾ, ਨਹੀਂ ਤਾਂ ਨਹੀਂ ਹੋ ਸਕਦਾ। ਸੋ ਵੀ ਗॉट ਮੈਰਿਡ ਔਨ December 7th। ਪਰ ਕਿਉਂਕਿ ਗੁਰੂ ਜੀ ਨੇ November 2nd ਇੰਨੀ ਸਟਰੋਂਗਲੀ ਉਹ ਡੇਟ ਕਹੀ ਸੀਗੀ, ਤਾਂ ਮੇਰੇ ਮਨ 'ਚ ਸੀਗਾ ਕਿ ਵੀ ਗੁਰੂ ਜੀ ਅਗਰ ਗੁਰੂ ਜੀ ਪਟਿਆਲੇ ਆ ਜਾਣ ਉਸ ਦਿਨ, ਮੈਂ ਤਾਂ ਫਿਰ ਮੈਂ I was not the one to talk to ਗੁਰੂ ਜੀ about this। ਮੈਂ ਪਾਪਾ ਨੂੰ ਕਿਹਾ ਕਿ ਆਪਾਂ ਹੀ ਕਰ ਸਕਦੇ ਹਾਂ। ਪੰਜਾਬ 'ਚ ਰਿਵਾਜ ਹੈ ਜਦੋਂ ਕੋਈ ਘਰੇ ਵਿਆਹ ਹੁੰਦਾ ਹੈ, ਆਪਾਂ ਸਭ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ। ਫਿਰ ਉਸ ਤੋਂ ਬਾਅਦ ਕਿਉਂਕਿ ਵਿਆਹ ਸਾਰਾ ਅਮਰੀਕਾ ਹੋਣਾ ਸੀਗਾ, ਤਾਂ ਉੱਥੇ ਸੋਚਿਆ ਕਿ ਇੱਕ ਸੰਗੀਤ ਦਾ ਫੰਕਸ਼ਨ ਰੱਖ ਲੈਂਦੇ ਹਾਂ। ਤਾਂ 1 ਨਵੰਬਰ ਨੂੰ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਤੇ ਸ਼ਾਮ ਨੂੰ ਸੰਗੀਤ, ਤੇ ਗੁਰੂ ਜੀ ਵੈਰੀ ਹੈਪੀਲੀ ਅਗਰੀਡ ਕਿ ਮੈਂ ਨਾ 2 ਨਵੰਬਰ ਨੂੰ ਆਊਂਗਾ ਤੇ ਤੁਸੀਂ ਪਾਰਟੀ ਰੱਖੋ। ਸੰਗਤ ਜੀ ਕੈਨ ਯੂ ਬਿਲੀਵ ਕਿ ਮੇਰੇ ਸਿਰਫ ਮਨ ਦੀ ਇੱਛਾ ਤੇ ਗੁਰੂ ਜੀ ਕਹਿੰਦੇ ਮੈਂ ਸਾਰੀ ਸੰਗਤ ਲੈ ਕੇ ਆਉਂਗਾ। ਪਟਿਆਲੇ ਤੋਂ ਦਿੱਲੀ is 4-5 hours drive, ਔਰ ਗੁਰੂ ਜੀ ਆਪਣੀ ਸੰਗਤ ਲੈ ਕੇ 2 ਨਵੰਬਰ ਸ਼ਾਮ ਨੂੰ ਪਟਿਆਲੇ ਆਏ। ਬੜਾ ਸੋਹਣਾ ਫੰਕਸ਼ਨ ਅਰੇਂਜ ਹੋਇਆ ਗੁਰੂ ਜੀ ਦੀ ਮਿਹਰ ਨਾਲ। ਮੈਨੂੰ ਲੱਗਦਾ ਪੁਰਾਣੀ ਸੰਗਤ ਜੋ ਮੇਬੀ ਹੁਣ ਵੀ ਕੋਈ ਜੁੜੀ ਹੋਵੇ, they can maybe remember the time ਕਿ ਸ਼ਾਇਦ ਉਹ ਵੀ ਆਏ ਹੋਣ ਉਦੋਂ। ਗੁਰੂ ਜੀ ਬਹੁਤ ਸੰਗਤ ਲੈ ਕੇ ਆਏ, ਬੜਾ ਸੋਹਣਾ ਗੁਰੂ ਜੀ ਨੇ ਹਮੇਸ਼ਾ ਹੀ ਇੰਨਾ ਸੋਹਣਾ ਤਿਆਰ ਹੁੰਦੇ ਸੀ, ਇੰਨੇ ਸੋਹਣੇ ਗੁਰੂ ਜੀ ਲੱਗ ਰਹੇ ਸੀ। 2:30 ਵਜੇ ਤੱਕ ਬੈਠੇ ਰਹੇ ਗੁਰੂ ਜੀ। ਥੈਂਕ ਯੂ ਗੁਰੂ ਜੀ, ਥੈਂਕ ਯੂ ਸੋ ਮਚ। ਮੇਰੇ ਲਈ ਉਹੀ ਮੇਰੀ ਬਰਾਤ ਸੀ। ਥੈਂਕ ਯੂ ਗੁਰੂ ਜੀ। ਛੋਟਾ ਮੂੰਹ ਵੱਡੀਆਂ ਗੱਲਾਂ ਨੇ, ਪਰ ਮੈਂ ਸਿਰਫ ਆਪਣੀ ਜਰਨੀ ਐਕਸਪਲੇਨ ਕਰ ਰਹੀ ਹਾਂ। ਉਸ ਤੋਂ ਬਾਅਦ ਸੰਗਤ ਜੀ ਆਪਣੀ ਤੁਹਾਡੀ ਜਰਨੀ, ਆਪਣੀ ਲਾਈਫ ਸ਼ੁਰੂ ਹੁੰਦੀ ਹੈ ਵਿਆਹ ਤੋਂ ਬਾਅਦ। ਉਤਰਾ ਚੜਾਅ ਤੁਹਾਡੀ ਜ਼ਿੰਦਗੀ ਦੇ, ਇਮੀਗ੍ਰੇਸ਼ਨ ਪ੍ਰੋਬਲਮਸ, ਫਿਰ ਇੱਥੇ ਆ ਕੇ ਡੈਂਟਲ ਲਾਇਸੈਂਸ ਲੈਣਾ, went through everything। ਗੁਰੂ ਜੀ ਨੇ ਹੱਥ ਫੜ ਕੇ ਹਰ ਚੀਜ਼ ਕਰਵਾਈ। ਸੋ 2 ਨਵੰਬਰ ਨੂੰ ਗੁਰੂ ਜੀ ਆਏ। ਉਸ ਤੋਂ ਬਾਅਦ ਅਮਰੀਕਾ ਆਉਣ ਦਾ ਟਾਈਮ ਹੋਇਆ। ਜਦੋਂ 7 ਦਸੰਬਰ ਨੂੰ ਵਿਆਹ ਸੀ ਤਾਂ 29 ਨਵੰਬਰ ਰਾਤ ਦੀ ਸਾਡੀ ਫਲਾਈਟ ਸੀਗੀ। ਪਰਿਵਾਰ ਦੀ ਇੱਕ ਹਲੇ ਤੱਕ ਵੀ ਇਹੀ ਆਦਤ ਹੈ ਵੀ ਜਦੋਂ ਵੀ ਇੰਡੀਆ ਜਾਣਾ, ਦਿੱਲੀ ਉਤਰਨਾ ਤਾਂ ਪਹਿਲਾਂ ਵੱਡੇ ਮੰਦਿਰ ਜਾਣਾ, ਤੇ ਜਦੋਂ ਫਲਾਈਟ ਉੱਥੋਂ ਵਾਪਸ ਲੈਣੀ ਹੈ ਫਿਰ ਪਹਿਲਾਂ ਵੱਡੇ ਮੰਦਿਰ ਮੱਥਾ ਟੇਕਣਾ ਤੇ ਫਿਰ ਫਲਾਈਟ ਲੈਣੀ ਹੈ। ਤਾਂ ਉਦੋਂ ਵੀ ਗੁਰੂ ਜੀ ਨੂੰ ਮੱਥਾ ਟੇਕਣ ਗਏ ਤੇ ਗੁਰੂ ਜੀ ਨੇ ਗ੍ਰੀਨ ਚੋਲਾ ਪਾਇਆ ਹੋਇਆ ਸੀ। 29 ਨਵੰਬਰ 2000 ਦੀ ਗੱਲ ਕਰ ਰਹੀ ਹਾਂ। ਗੁਰੂ ਜੀ ਛੁੱਟੀ ਨਾ ਦੇਣ ਉਧਰੋਂ ਫਲਾਈਟ ਦਾ ਟਾਈਮ ਹੋ ਰਿਹਾ ਸੀ। ਤੇ ਪਾਪਾ ਨੇ ਪੁੱਛਿਆ ਵੀ ਗੁਰੂ ਜੀ ਵੀ ਹੁਣ ਆਗਿਆ ਦਿਓ। ਗੁਰੂ ਜੀ ਨੇ ਫੇਰ ਮੇਰੇ ਵੱਲ ਦੇਖ ਕੇ ਕਿਹਾ ਜਾਣਾ। ਮੈਂ ਕੀ ਕਹਿ ਸਕਦੀ ਹਾਂ, ਪਰ ਉਹਨਾਂ ਦਾ ਪਿਆਰ ਇੰਨਾ, I cannot forget the tone of words। ਉਹ ਆਵਾਜ਼ ਹਲੇ ਤੱਕ ਮੇਰੇ ਕੰਨਾਂ 'ਚ ਇੰਨੀ ਕਲੀਅਰ ਹੈ। ਔਰ ਅਚਾਨਕ ਗੁਰੂ ਜੀ ਆਪਣੀ ਚੇਅਰ ਤੋਂ ਖੜੇ ਹੋਏ, ਮੈਨੂੰ ਖੜੇ ਕੀਤਾ ਨਾਲ, ਔਰ ਮੈਨੂੰ ਘੁੱਟ ਕੇ ਗੁਰੂ ਜੀ ਨੇ ਜੱਫੀ ਪਾਈ। ਸੰਗਤ ਜੀ ਮੈਂ ਉਹ ਮੋਮੈਂਟ ਮੈਨੂੰ ਅੱਜ ਤੱਕ ਇਟਸ ਸੋ ਕਲੀਅਰ ਇਨ ਮਾਈ ਮਾਈਂਡ ਐਂਡ ਮਾਈ ਬੋਡੀ ਕਿ ਮੈਨੂੰ ਫਿਰ ਗੁਰੂ ਜੀ ਨੇ ਇੰਡੈਕਸ ਫਿੰਗਰ ਮੇਰੇ ਵੱਲ ਕਰਕੇ ਕਿਹਾ ਕਿ ਕਿਸੇ ਚੀਜ਼ ਤੋਂ ਘਬਰਾਉਣਾ ਨਹੀਂ, ਮੈਂ ਹਮੇਸ਼ਾ ਤੇਰੇ ਨਾਲ ਹਾਂ। ਸੰਗਤ ਜੀ ਗੁਰੂ ਜੀ ਆਪਣੀ ਹਰ ਸੰਗਤ ਦੇ ਨਾਲ ਨੇ। ਇਹ ਸਿਰਫ ਮੇਰੇ ਲਈ ਮੈਨੂੰ ਕਿਹਾ ਕਿਉਂਕਿ ਸ਼ਾਇਦ ਮੈਨੂੰ ਸੁਣਨ ਦੀ ਲੋੜ ਸੀਗੀ। Maybe I am very weak from inside। Only Guru Ji knows why he said those words to me। ਪਰ ਗੁਰੂ ਜੀ ਆਪਣੀ ਹਰ ਸੰਗਤ ਦੇ ਨਾਲ ਨੇ। ਸੰਗਤ ਜੀ ਅੱਜ ਵੀ 22 ਸਾਲ ਹੋ ਗਏ ਉਹਨਾਂ ਗੱਲਾਂ ਨੂੰ। ਲਾਈਫ 'ਚ ਬਹੁਤ ਕੁਛ ਹੋਇਆ, ਬਹੁਤ ਕੁਛ ਚੰਗਾ ਟਾਈਮ ਵੀ ਬਹੁਤ ਦੇਖਿਆ, ਮਾੜਾ ਟਾਈਮ ਵੀ ਦੇਖਿਆ, ਪਰ ਗੁਰੂ ਜੀ ਦੇ ਉਹ ਵਰਡਸ ਨੇ ਮੈਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੀ ਹੈ। ਜਦੋਂ ਵੀ ਮੈਨੂੰ
ਕੋਈ ਰਸਤਾ ਨਹੀਂ ਦਿਖ ਰਿਹਾ ਹੁੰਦਾ ਤਾਂ ਮੈਨੂੰ ਗੁਰੂ ਜੀ ਦੇ ਵਰਡਸ ਆਪਣੇ ਆਪ ਮੇਰੇ ਦਿਮਾਗ 'ਚ ਵੱਜਣ ਲੱਗ ਪੈਂਦੇ ਨੇ ਕਿ ਮੈਂ ਹਮੇਸ਼ਾ ਤੇਰੇ ਨਾਲ ਹਾਂ ਐਂਡ ਆਈ ਕਮ ਆਊਟ ਆਫ ਦੈਟ ਸਿਚੁਏਸ਼ਨ ਵੈਰੀ ਫਾਸਟ। ਯਾਰ ਇਹ ਸਾਰੀ ਸੰਗਤ ਮੈਂ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਇਸ ਚੀਜ਼ ਨੂੰ ਵਿਸ਼ਵਾਸ ਕਰਕੇ ਚੱਲੋ ਕਿ ਗੁਰੂ ਜੀ ਤੁਹਾਡੇ ਨਾਲ ਨੇ, provided your intention is right। ਸੋ ਸੰਗਤ ਜੀ ਉਸ ਤੋਂ ਬਾਅਦ ਫਿਰ ਮੈਂ ਇੱਥੇ ਆ ਕੇ ਲਾਇਸੈਂਸ ਲਿਆ ਗੁਰੂ ਜੀ ਦੀ ਮਿਹਰ ਨਾਲ। I am running a successful pediatric practice in California। ਤੇ ਮੇਰਾ ਆਫਿਸ ਨਹੀਂ, ਉਹ ਗੁਰੂ ਜੀ ਦਾ ਹੀ ਆਫਿਸ ਹੈ। ਜਿੰਨਾ ਗੁਰੂ ਜੀ ਉੱਥੇ ਮੇਰੇ ਪੇਸ਼ੈਂਟਸ ਤੇ ਮਿਹਰਬਾਨੀਆਂ ਕਰਦੇ ਨੇ। Miracle is not the word because Guru Ji never liked, Guru Ji ਕਹਿੰਦੇ ਸੀ ਚਮਤਕਾਰ ਤਾਂ ਬਾਬੇ ਕਰਦੇ ਨੇ, ਅਸੀਂ ਤਾਂ ਮਿਹਰ ਕਰਦੇ ਹਾਂ। ਸੋ ਗੁਰੂ ਜੀ ਨੇ ਜਿੱਥੇ ਉਹਨਾਂ ਨੂੰ ਤੁਸੀਂ ਕਹਿੰਦੇ ਜਿਸ ਥਾਂ ਮੱਥਾ ਟੇਕਦੇ ਆ ਉਹ ਤੇਰਾ ਦੁਆਰਾ ਹੋ ਜਾਂਦਾ। ਗੁਰੂ ਜੀ ਦਾ ਆਫਿਸ ਉੱਥੇ ਜੋਤ ਜਗਦੀ ਹੈ, ਗੁਰੂ ਜੀ ਹੈ ਨੇ ਉੱਥੇ, ਤਾਂ ਉਹ ਗੁਰੂ ਜੀ ਦਾ ਹੀ ਦੁਆਰ ਹੋ ਗਿਆ। ਇੰਨੇ ਪੇਸ਼ੈਂਟਸ ਦਾ ਉੱਥੇ ਫ੍ਰੀ ਇਲਾਜ ਹੁੰਦਾ ਹੈ, ਇੰਨੇ ਸਪੈਸ਼ਲ ਨੀਡਸ ਬੱਚਿਆਂ ਦਾ ਇਲਾਜ ਹੁੰਦਾ ਉੱਥੇ। ਬਹੁਤ ਸ਼ੁਕਰਾਨਾ ਗੁਰੂ ਜੀ, ਮੇਰੀ ਇੰਨੀ ਔਕਾਤ ਨਹੀਂ, ਨਾ ਮੇਰੀ ਇੰਨੀ ਐਜੂਕੇਸ਼ਨ ਹੈ, ਨਾ ਮੇਰੇ 'ਚ ਉਹ ਸਕਿੱਲ ਹੈ। ਗੁਰੂ ਜੀ ਨੇ ਆਪ ਮੈਨੂੰ ਡਾਕਟਰ ਸਾਹਿਬ ਕਹਿ ਕੇ ਉਸ ਕਾਬਿਲ ਬਣਾਤਾ। ਸ਼ੁਕਰਾਨਾ ਗੁਰੂ ਜੀ, ਤੁਸੀਂ ਬਸ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ। ਸੰਗਤ ਜੀ ਵੈਡਿੰਗ ਤੋਂ ਬਾਅਦ ਫਿਰ ਬੱਚਿਆਂ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ। ਸੋ ਬਿਫੋਰ ਆਈ ਹੈਡ, ਮੇਰੇ 2 ਬੱਚੇ ਨੇ ਜੀ। ਆਈ ਹੈਵ 13-year-old daughter and an 11-year-old son. But before I had my daughter, I had 3 miscarriages. Bada aukha time si I had some immigration problems. ਤੇ ਮੈਂ ਵਾਪਸ ਇੰਡੀਆ ਨਹੀਂ ਸੀ ਆ ਸਕਦੀ ਉਦੋਂ। ਤਾਂ ਮਾਮਾ ਨੂੰ ਫੋਨ ਕਰਕੇ ਕਹਿਣਾ ਵੀ ਮਾਮਾ ਗੁਰੂ ਜੀ ਨਾਲ ਗੱਲ ਕਰੋ, ਇਹ ਕੀ ਹੋ ਰਿਹਾ। ਤਾਂ ਗੁਰੂ ਜੀ ਨੇ ਆਪਣੇ ਨਾ ਬੜੇ ਸਵੀਟ ਜੇ ਖੱਬੇ ਲੈਫਟ ਹੈਂਡ ਦੇ ਜੈਸਚਰ ਨਾਲ ਕਹਿ ਦੇਣਾ ਕੀ ਹੋਇਆ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ ਡਾਕਟਰ ਸਾਹਿਬ ਨੂੰ। ਬਸ ਉਹਨਾਂ ਨੇ ਇੰਨਾ ਕਹਿ ਦੇਣਾ ਤੇ ਆਪਾਂ ਠੀਕ ਹੋ ਜਾਣਾ ਵੀ ਹਾਂ ਠੀਕ ਹੈ, ਕੁਛ ਨਹੀਂ ਹੋਇਆ। 2007 ਗੁਰੂ ਜੀ ਚੋਲਾ ਛੱਡ ਕੇ ਚਲੇ ਗਏ। ਐ ਲੱਗਿਆ ਕਿ ਗੁਰੂ ਜੀ ਵੀ I felt very cheated ਕਿ ਗੁਰੂ ਜੀ ਤੁਸੀਂ ਛੱਡ ਕੇ ਚਲੇ ਗਏ। ਫਿਰ ਗੁਰੂ ਜੀ ਨੇ ਉਹ ਇੰਨੀ ਜਲਦੀ ਉਹ ਉਸ ਚੀਜ਼ ਤੋਂ ਬਹੁਤ ਜਲਦੀ ਕੱਢਿਆ, ਕਿਉਂਕਿ ਬਾਣੀ ਨਾਲ ਸ਼ੁਰੂ ਤੋਂ ਇੰਨੇ ਜੁੜੇ ਹੋਏ ਸੀ। ਤਾਂ ਉਦੋਂ ਸਤਸੰਗ ਨਹੀਂ ਸੀ ਹੁੰਦੇ ਸੰਗਤ ਜੀ। ਸਤਸੰਗ ਦਾ ਕਨਸੈਪਟ ਮੈਨੂੰ ਬਹੁਤ ਬਾਅਦ ਸਮਝ ਆਇਆ, ਕਿਉਂਕਿ ਬਸ ਉਦੋਂ ਇਹ ਹੁੰਦਾ ਸੀ ਕਿ ਹਾਂ ਗੁਰੂ ਜੀ ਕੋਲ ਗਏ ਆ, ਉੱਥੇ ਸ਼ਬਦ ਚੱਲ ਰਹੇ ਨੇ, ਤੁਹਾਨੂੰ ਪ੍ਰਸ਼ਾਦ ਮਿਲਿਆ, ਤੁਸੀਂ ਲੰਗਰ ਖਾਧਾ, ਤੁਸੀਂ ਘਰ ਆ ਗਏ। ਮੈਨੂੰ ਇਹ ਨਹੀਂ ਸੀ ਪਤਾ ਕਿ ਇਸ ਚੀਜ਼ ਨੂੰ ਸਤਸੰਗ ਕਹਿੰਦੇ ਨੇ। ਮੇਰੇ ਹਿਸਾਬ ਨਾਲ ਸਿਰਫ ਗੁਰੂ ਜੀ ਨੂੰ ਮਿਲਣਾ ਹੁੰਦਾ ਸੀ। ਤਾਂ ਜਦੋਂ 2000 ਉਨੀ ਦੇਰ ਤੱਕ, ਜਦੋਂ 2000 ਵਿੱਚ ਮੈਂ ਗੁਰੂ ਜੀ ਨੂੰ ਲਾਸਟ ਟਾਈਮ ਮਿਲੀ ਤੇ 2012 ਚ ਜਦੋਂ ਮੈਨੂੰ ਪਹਿਲੀ ਵਾਰ ਬੇ ਏਰੀਆ ਚ ਸਤਸੰਗ ਦਾ ਪਤਾ ਚੱਲਿਆ, ਉਨੀ ਦੇਰ ਤੱਕ ਮੇਰਾ ਗੁਰੂ ਜੀ ਨਾਲ ਸਿਰਫ ਇਹ ਸੀਗਾ ਕਿ ਮੈਂ ਪਾਠ ਕਰਦੀ ਸੀ, ਰੋਜ਼ ਗੁਰੂ ਜੀ ਦੇ ਅੱਗੇ ਜੋਤ ਜਗਾਉਂਦੀ ਸੀ ਔਰ ਉਹਨਾਂ ਨੂੰ ਹਰ ਚੰਗੇ ਮਾੜੇ ਟਾਈਮ ਤੇ ਮੈਂ ਯਾਦ ਕਰਦੀ ਸੀ। ਮੇਰਾ ਸਿਰਫ ਇਹ ਸੀ ਔਰ ਗੁਰੂ ਜੀ ਨੇ ਪਰ ਮੇਰੀ ਬਾਂਹ ਫੜੀ ਹੋਈ ਸੀ। ਜਦੋਂ 2007 ਚ ਗੁਰੂ ਜੀ ਚਲੇ ਗਏ, the process still continued। ਸਾਲ ਚ ਇੱਕ ਵਾਰੀ ਗੁਰੂ ਜੀ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਨਹੀਂ ਸਕਦੇ ਤਾਂ ਬੈਠ ਕੇ ਸੁਣੋ, ਜੇ ਸੁਣ ਨਹੀਂ ਸਕਦੇ ਤਾਂ ਜਿਨ੍ਹਾਂ ਤੋਂ ਤੁਸੀਂ ਪਾਠ ਕਰਾਉਣੇ ਉਹਨਾਂ ਦੀ ਸੇਵਾ ਆਪ ਕਰੋ। ਤਾਂ ਜੁਲਾਈ ਵਿੱਚ ਘਰ ਵਿੱਚ ਪਾਠ ਕਰਾਇਆ। ਉਦੋਂ ਤੱਕ ਗੁਰੂ ਮਹਾਰਾਜ ਦੀ ਮੇਰੇ ਨਾਲ ਆਪਣਾ ਘਰ ਲੈ ਲਿਆ ਸੀ ਮੈਂ। ਤੇ 20th ਜੁਲਾਈ ਨੂੰ ਉਹਦਾ ਭੋਗ ਪਿਆ ਅਖੰਡ ਪਾਠ ਸਾਹਿਬ ਦਾ। ਸਿਰਫ ਅਸੀਂ ਭਾਈ ਜੀ ਜਿਹੜੇ ਪਾਠ ਕਰਦੇ ਸੀ ਤੇ ਅਸੀਂ ਉਹ ਹੁੰਦੇ ਸੀ, ਤਾਂ ਜਾਂ ਮੈਂ ਤੇ ਮੇਰੇ ਹਸਬੈਂਡ ਜਾਂ ਮੇਰੀ ਮਦਰ ਇਨ ਲਾ, ਅਸੀਂ ਉਹਨਾਂ ਦੀ ਸੇਵਾ ਕਰਦੇ ਸੀ ਤੇ ਉਹ ਪਾਠ ਕਰਦੇ ਸੀ। ਜਦੋਂ ਉਹਦਾ ਭੋਗ ਪਿਆ 20 ਜੁਲਾਈ ਨੂੰ, ਸੰਗਤ ਜੀ ਨਾਰਮਲੀ ਗ੍ਰੀਨ ਕਾਰਡ ਪ੍ਰੋਸੈਸਿੰਗ ਦਾ ਇੱਕ ਪ੍ਰੋਸੈਸ ਹੈ ਕਿ ਤੁਹਾਡੇ ਉਹਦੇ ਚ ਪਹਿਲਾਂ ਫਿੰਗਰਪ੍ਰਿੰਟ ਹੁੰਦੇ ਆ, ਤੁਹਾਨੂੰ ਕੋਈ ਲੈਟਰ ਆਉਂਦੀ ਹੈ। ਮੇਰਾ ਇਹ ਜਿਹਾ ਕੁਛ ਨਹੀਂ ਹੋਇਆ ਜੀ। ਮੈਨੂੰ ਬੜੇ ਸਾਲ ਮੇਰਾ ਪੈਂਡਿੰਗ ਰਿਹਾ ਇਹ ਸਾਰਾ ਕੁਛ। ਅਚਾਨਕ ਉਸ ਦਿਨ 20th ਜੁਲਾਈ 2007 my green card was at home। ਮੈਂ ਬੜੀ ਖੁਸ਼ ਹੋਈ, ਪਰ ਮੈਨੂੰ ਇਹ ਵੀ ਲੱਗਿਆ ਕਿ ਗੁਰੂ ਜੀ ਤੁਸੀਂ ਤਾਂ ਹੈ ਨਹੀਂ ਗੇ ਹੁਣ।
ਮੈਨੂੰ ਹਾਲੇ ਤੱਕ ਯਾਦ ਹੈ ਕਿ ਉਹ ਫੀਲਿੰਗ ਕਿ ਮੈਂ ਗੁਰੂ ਜੀ ਹੁਣ ਕਿੱਥੇ ਜਾਊਂਗੀ ਬੜੇ ਮੰਦਿਰ ਚ, ਤੁਸੀਂ ਤਾਂ ਹੈ ਨਹੀਂਗੇ, ਪਰ ਜਾਣਾ ਤਾਂ ਹੈ। ਸੋ ਇਨ ਅਗਸਤ ਪਲਾਨ ਬਣਿਆ ਕਿ ਜਾਣਾ ਇੰਡੀਆ ਆਫਟਰ ਆਲ ਦੋ 7 years। ਖਾਲੀ ਚੇਅਰ ਨੂੰ ਮੱਥਾ ਟੇਕਣਾ ਬਹੁਤ ਮੁਸ਼ਕਿਲ ਲੱਗਿਆ, ਬਹੁਤ ਹੀ ਮੁਸ਼ਕਿਲ ਲੱਗਿਆ, ਪਰ ਗੁਰੂ ਜੀ ਨੇ ਬੜੀ ਜਲਦੀ ਉਸ ਚੀਜ਼ ਨੂੰ ਸੋਲਵ ਵੀ ਕਰਤਾ। ਆਪਣੀ ਹੋਂਦ, ਆਪਣੀ ਪ੍ਰੈਜ਼ੈਂਸ ਐਂ ਦਿਖਾਈ ਕਿ ਮੈਂ ਕਿਤੇ ਨਹੀਂ ਗਿਆ। ਸੋ ਉਸ ਤੋਂ ਬਾਅਦ ਜਦੋਂ ਅਸੀਂ ਘਰ ਆਏ, ਪਟਿਆਲੇ ਪਹੁੰਚੇ, ਤਾਂ ਗੁਰੂ ਜੀ ਦੇ ਫਾਦਰ ਸਾਹਿਬ ਬਾਪੂ ਜੀ ਉਹ ਵੀ ਅਚਾਨਕ ਆ ਗਏ। ਉਹਨਾਂ ਦੇ ਨਾਲ ਤੁਸੀਂ ਉਹਨਾਂ ਨੂੰ ਵੈਸੇ ਮਿਲੋ ਤਾਂ ਤੁਹਾਨੂੰ ਇਹ ਫੀਲਿੰਗ, ਤੁਹਾਨੂੰ ਖੁਸ਼ਬੂ ਨਹੀਂ ਆਉਂਦੀ, ਪਰ ਉਸ ਦਿਨ ਜਦੋਂ ਉਹ ਆਏ, ਇੰਨੀ ਖੁਸ਼ਬੂ ਉਹਨਾਂ ਦੇ ਨਾਲ, ਉਹਨਾਂ ਦੀ ਮੇਰੇ ਦਿਲ ਨੂੰ ਇਹ ਫੀਲਿੰਗ ਹੋਈ ਕਿ ਦਿਸ ਵੀ ਗੁਰੂ ਜੀ ਆਏ ਨੇ। ਤਾਂ ਬਾਪੂ ਜੀ ਨੇ ਕਿਹਾ ਕਿ ਮਾਮਾ ਨੂੰ ਕਿ ਬੱਚਿਆਂ ਨੂੰ ਡੁਗਰੀ ਲੈ ਕੇ ਆਇਓ। ਉਦੋਂ ਸੰਗਤ ਜੀ ਡੁਗਰੀ ਚ ਕੋਈ ਹਾਲ ਵਗੈਰਾ ਕੁਛ ਨਹੀਂ ਸੀ ਬਣਿਆ, ਪੁਰਾਣਾ ਹੀ ਘਰ ਸੀਗਾ ਉਦੋਂ। ਤਾਂ ਜਦੋਂ ਹੀ ਉਸ ਤੋਂ ਬਾਅਦ ਜਦੋਂ ਫੋਲੋਇੰਗ ਵੀਕਐਂਡ ਅਸੀਂ ਗਏ ਡੁਗਰੀ, ਗੁਰੂ ਜੀ ਨੇ ਤਾਂ ਬਲੈਸ ਕਰਨਾ ਹੁੰਦਾ ਨਾ ਤੁਹਾਨੂੰ, ਤਾਂ ਉਹਨਾਂ ਨੇ ਬਾਪੂ ਜੀ ਨੇ ਮਾਮਾ ਨੂੰ ਬੁਲਾ ਕੇ ਕਿਹਾ ਕਿ ਬੱਚਿਆਂ ਨੂੰ ਮਿੱਠੇ ਚੌਲ ਖਵਾ ਦਿਓ, ਗੁਰੂ ਜੀ ਦੀ ਮਿਹਰ ਹੋ ਗਈ। ਕਿਸੇ ਨੇ ਕੋਈ ਪ੍ਰੋਬਲਮ ਗੁਰੂ ਜੀ ਨਾਲ ਨਹੀਂ ਡਿਸਕਸ ਕੀਤੀ। ਕੋਈ ਨਹੀਂ ਦੱਸਿਆ ਕਿ ਸਾਨੂੰ ਕੋਈ ਬੇਬੀ ਦੀ ਪ੍ਰੋਬਲਮ ਹੈ ਜਾਂ ਕੁਝ ਹੋ ਰਿਹਾ ਹੈ, ਨਥਿੰਗ। ਗੁਰੂ ਜੀ ਸੰਗਤ ਜੀ, this happened in September of 2007 and November of 2007 my pregnancy was confirmed, and following year July 20th 2008 my daughter was born। ਮੈਂ ਤਾਂ ਤੁਹਾਨੂੰ ਡੇਟਸ ਇਸ ਲਈ ਦੱਸ ਰਹੀ ਹਾਂ ਕਿ ਗੁਰੂ ਜੀ ਦੀ ਵਰਲਡ ਚ ਨਾ ਟਾਈਮਿੰਗ ਬਹੁਤ ਬਹੁਤ ਜ਼ਰੂਰੀ ਹੈ, ਬਹੁਤ ਇੰਪੋਰਟੈਂਟ ਹੈ। ਮੈਂ ਹਮੇਸ਼ਾ ਇਹ ਦੇਖਦੀ ਹਾਂ ਕਿ ਦੇਖੋ ਟਾਈਮ ਨਾਲ ਸੂਰਜ ਨਿਕਲਦਾ ਹੈ, ਟਾਈਮ ਨਾਲ ਰੁੱਤਾਂ ਬਦਲਦੀਆਂ ਨੇ, ਟਾਈਮ ਨਾਲ ਹਰ ਚੀਜ਼ ਦਾ ਇੱਕ ਟਾਈਮ ਹੈ। ਤਾਂ ਗੁਰੂ ਜੀ ਦੀ ਮਿਹਰ ਦਾ ਵੀ ਇੱਕ ਟਾਈਮ ਹੈ। ਬਸ ਗੁਰੂ ਜੀ ਇੰਨੀ ਮਿਹਰ ਰੱਖਣ ਕਿ ਉਹ ਟਾਈਮ ਸਾਡੇ ਹੱਥੋਂ ਨਾ ਪੁੱਜੇ ਕਦੇ ਵੀ। ਮਿਹਰ ਤਾਂ ਉਹਨਾਂ ਨੇ ਕਰਨੀ ਹੈ, ਹਮੇਸ਼ਾ ਹੈ, ਪਰ ਜਦੋਂ ਤੁਹਾਡਾ ਵਕਤ ਆਉਂਦਾ ਨਾ ਜਿਹੜਾ ਕਿ ਉਹ ਡਿਸਾਈਡ ਕਰਦੇ ਨੇ, ਉਦੋਂ ਤੁਹਾਨੂੰ ਝੋਲੀਆਂ ਭਰ ਭਰ ਚੀਜ਼ਾਂ ਮਿਲਦੀਆਂ। ਸ਼ੁਕਰਾਨਾ ਗੁਰੂ ਜੀ। And we were blessed with a very beautiful daughter। ਉਹ ਬੱਚੇ ਦੀ ਤੁਹਾਨੂੰ ਸਤਸੰਗ ਦੱਸਾਂ ਕਿ ਉਹਨੂੰ ਪਹਿਲੇ 2 ਸਾਲ ਦੁਨੀਆ ਦੀ ਕਿਹੜੀ ਐਲਰਜੀ ਸੀ ਜਿਹੜੀ ਉਹਨੂੰ ਨਹੀਂ ਸੀਗੀ। When she was born, grass ਤੋਂ, trees ਤੋਂ, everything outdoor, she was allergic to everything। She was on antibiotics every other month। ear tubes ਵੀ ਪਏ ਵਿਚਾਰੀ ਦੇ। ਡਾਕਟਰਸ ਨੂੰ ਦਿਖਾਇਆ, ਉਹ ਕਹਿੰਦੇ ਜੀ ਇਹਦੇ ਉਹ ਜਿਹੜੇ ਐਲਰਜੀ ਸ਼ਾਟਸ ਵੀ ਉਹ ਲੱਗਣਗੇ, ਵਿਚ ਇਜ਼ ਲਾਈਕ ਕਾਫੀ ਸਾਲ ਲੱਗਦੇ ਨੇ ਉਹ। ਮੈਂ ਕਿਹਾ ਮੈਂ ਇਹਦਾ ਕੁਛ ਨਹੀਂ ਕਰਨਾ, ਗੁਰੂ ਜੀ ਤੁਸੀਂ ਆਪਣੇ ਆਪ ਦੇਖ ਲਓ। ਸੰਗਤ ਜੀ, ਓਵਰ ਅ ਪੀਰੀਅਡ ਆਫ ਟਾਈਮ ਲੰਗਰ ਖਾਣਾ, ਗੁਰੂ ਜੀ ਨੂੰ ਮੱਥਾ ਟੇਕਣਾ, ਉਹਦੀਆਂ ਐਲਰਜੀਜ਼ ਕਿੱਥੇ ਵੈਨਿਸ਼ ਹੋ ਗਈਆਂ, ਮੈਨੂੰ ਇਹ ਵੀ ਨਹੀਂ ਪਤਾ ਕਿ ਕਦੋਂ ਖਤਮ ਹੋ ਗਈਆਂ, ਪਤਾ ਹੀ ਨਹੀਂ। ਇਹ ਮਿਹਰ ਹੁੰਦੀ ਹੈ ਗੁਰੂ ਜੀ ਦੀ। ਅੱਜ ਜੋ ਬੱਚਾ ਗੋਲਫ ਖੇਡਦਾ, she plays competitive golf, ਤੁਸੀਂ ਜੇ ਇੰਨੀਆਂ ਆਊਟਡੋਰ ਐਲਰਜੀਜ਼ ਨੇ, ਤੁਸੀਂ ਬਾਹਰ ਸਾਹ ਨਹੀਂ ਲੈ ਸਕਦੇ, let alone playing golf all day every day। ਥੈਂਕ ਯੂ ਗੁਰੂ ਜੀ, ਬਹੁਤ 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 ਸ਼ੁਕਰਾਨਾ ਤੁਹਾਡਾ। ਸੰਗਤ ਜੀ, ਹੁਣ ਮੈਂ ਤੁਹਾਨੂੰ ਨਾ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਬਲੈਸਿੰਗ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੇਰੀ ਬੇਟੀ ਬੌਰਨ ਹੋਈ, ਉਸ ਤੋਂ ਬਾਅਦ me and my husband, we never thought ਕਿ we can have a baby again, ਕਿਉਂਕਿ ਅਮਾਨਿਆ ਹੀ ਬਹੁਤ ਮੁਸ਼ਕਿਲ ਨਾਲ ਹੋਈ ਸੀ। ਗੁਰੂ ਜੀ ਨੇ ਮਿਹਰ ਕੀਤੀ ਸੀ, we can have another baby। ਸਾਨੂੰ ਆਈਡੀਆ ਵੀ ਨਹੀਂ ਸੀਗਾ। So the following year, I just went for a routine checkup to my doctor, and routine checkup ਚ ਉਹਨਾਂ ਨੇ ਪੁੱਛਿਆ, any chance you're pregnant? ਮੈਂ ਕਿਹਾ no। ਕਹਿੰਦੀ ਨਹੀਂ, we still have to do the test। I don't know why she insisted so much। and ਜਦੋਂ ਟੈਸਟ ਕੀਤਾ, I was pregnant, September of 2009। and
मैं क्या नो आई डोंट बिलीव दिस क्योंकि मेरे ਤਾਂ ਟੈਸਟ ਪੁੱਠੇ ਸਿੱਧੇ ਆਉਂਦੇ ਰਹਿੰਦੇ ਨੇ ਮੈਂ ਕਿਹਾ not possible ਬਾਈ ਚਾਂਸ ਤਾਂ ਕੁਝ ਵੀ ਨਹੀਂ ਹੁੰਦਾ ਪਰ ਉਹਦੇ ਆਫਿਸ ਚ ਅਲਟਰਾਸਾਊਂਡ ਮਸ਼ੀਨ ਸੀਗੀ ਅ ਸਮਾਲਰ ਵਨ ਸ਼ੀ ਸੈਡ ਓਕੇ ਲੈਟਸ ਚੈੱਕ ਇਟ ਉਹਨੂੰ ਇਹ ਹੈਰਾਨੀ ਹੋ ਰਹੀ ਸੀ ਕਿ ਮੈਂ ਉਹਦੇ ਨਾਲ ਆਰਗੂ ਕਰ ਰਹੀ ਕਿ ਆਈ ਐਮ ਨਾਟ ਪ੍ਰੈਗਨੈਂਟ so when she did the ultrasound and there was a heart beating inside my body a baby's heart and मैं ਇੰਨੀ ਖੁਸ਼ ਇੰਨੀ pleasantly surprised ਸੰਗਤ ਜੀ ਮੈਂ ਉੱਥੇ ਬੈਠੇ ਹੀ ਮੈਂ ਤਾਂ ਆਲਰੇਡੀ ਬਹੁਤ ਸ਼ੁਕਰਾਨੇ ਸੀ ਕਿ ਮੈਨੂੰ ਮੇਰੀ ਬੇਟੀ ਮਿਲੀ ਹੈ ਤੇ ਮੈਂ ਕਿਹਾ ਗੁਰੂ ਜੀ ਨਾ ਇਹ ਬੱਚਾ ਮੈਂ ਤੁਹਾਡੇ ਤੋਂ ਮੰਗਿਆ ਇਹ ਤੁਸੀਂ ਮੈਨੂੰ ਆਪਣੇ ਆਪ ਤੁਹਾਡੀ ਬਲੇਸਿੰਗ ਹੈ ਤੁਸੀਂ ਇਹ ਤੁਹਾਡਾ ਪ੍ਰਸ਼ਾਦ ਹੈ ਮੈਂ ਇਹਦਾ ਨਾਮ ਰੂਹਾਨ ਰੱਖੂੰਗੀ if I'm thinking ਕਿ ਵੀ ਮੈਂ ਇਹ ਗੱਲ ਸੋਚੀ ਮੈਂ ਕੀਤਾ no it was your thoughts are also orchestrated by Guru Maharaj तो सोच सकते हैं भी उदों बच्चा हजे सिर्फ ਉਹਦੀ ਹਾਰਟ ਬੀਟ ਆਈ and I already know कि it's a baby boy named Ruhan और we by as time went by we got to know that he was Ruhan मैं ਉਹਨੂੰ ਕਦੇ ਵੀ बेबी बॉय नहीं किया मैं हमेशा ਉਹਨੂੰ Ruhan ही एड्रेस किया Ruhan was born and to our biggest surprise Ruhan turned out to be on autism spectrum. He's a special child. He is now 11 years old, still not able to talk, but learning to talk. Aje ਉਹਦੇ ਕੋਲ ਕੋਈ words ਨਹੀਂ ਹੈਗੇ ਪਰ ਸੰਗਤ ਜੀ ਜਦੋਂ ਤੁਹਾਨੂੰ ਕੋਈ ਇੰਨੀ ਪਿਆਰੀ ਚੀਜ਼ ਮਿਲੀ ਤੇ ਜਦੋਂ ਬੱਚਾ ਡਾਇਗਨੋਸ ਹੁੰਦਾ ਹੈ it hurts ਬਹੁਤ ਗੰਦੀ ਪੇਨ ਤੁਹਾਡੇ ਦਿਲ ਦੇ ਅੰਦਰ ਹੁੰਦੀ ਹੈ ਪਰ ਮੈਂ ਤੁਹਾਨੂੰ ਇਹ ਦੱਸਿਆ ਨਾ ਕਿ ਚੰਗਾ ਮਾੜਾ ਟਾਈਮ ਤੁਹਾਡਾ ਸਹਾਰਾ ਸਿਰਫ ਗੁਰੂ ਜੀ ਨੇ ਮੈਂ ਗੁਰੂ ਜੀ ਨੂੰ ਅਰਦਾਸ ਕੀਤੀ ਕਿ ਗੁਰੂ ਜੀ ਮੈਨੂੰ ਪਤਾ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਤੇ ਤੁਸੀਂ ਮੈਨੂੰ ਕੋਈ ਮਾੜੀ ਚੀਜ਼ ਨਹੀਂ ਦਿੱਤੀ ਪਰ ਇਹ ਬੱਚੇ ਨੂੰ ਅਗਰ ਤੁਸੀਂ ਮੈਨੂੰ ਦਿੱਤਾ ਹੈ ਤਾਂ ਇਹਦੀ ਲਾਈਫ ਨੂੰ ਕਿਵੇਂ ਸੰਭਾਲਣਾ ਹੈ ਇਹਨੂੰ ਕਿਵੇਂ ਇਹਦੀ ਕੇਅਰ ਕਰਨੀ ਹੈ ਇਹਨੂੰ ਜੋ ਵੀ ਇਹਦਾ ਇਲਾਜ ਕਰਨਾ ਹੈ ਤੁਸੀਂ ਮੈਨੂੰ ਗਾਈਡ ਕਰੋਗੇ ਤੇ ਤੁਸੀਂ ਹੀ ਮੈਨੂੰ ਹਿੰਮਤ ਦਿਓਗੇ ਸੰਗਤ ਜੀ ਮੈਂ ਇਹ ਅਰਦਾਸ ਉਸ ਦਿਨ ਕੀਤੀ ਜਿਸ ਦਿਨ ਰੂਹਾਨ ਡਾਇਗਨੋਸ ਹੋਇਆ ਸੀ that was January 6 2012 ਮੈਨੂੰ ਅਗਲੇ ਹੀ ਦਿਨ ਗੁਰੂ ਜੀ ਦਾ ਡ੍ਰੀਮ ਆਉਂਦਾ ਕਿ ਸੰਗਤ ਵਿੱਚ ਬੈਠੇ ਨੇ ਗੁਰੂ ਜੀ ਤੇ ਮੈਨੂੰ ਆਪਣੇ ਕੋਲੇ ਬਿਠਾਇਆ ਤਾਂ ਗੁਰੂ ਜੀ ਮੈਨੂੰ ਬੜੇ ਪਿਆਰ ਨਾਲ ਕਹਿੰਦੇ ਨੇ ਕਿ ਤੂੰ ਇਹਦੀ ਫਿਕਰ ਨਾ ਕਰ ਇਹਨੇ ਹੌਲੀ ਹੌਲੀ ਟਾਈਮ ਨਾਲ ਆਪੇ ਠੀਕ ਹੋ ਜਾਣਾ ਹੈ ਤੈਨੂੰ ਬੜੇ ਮਹਾਪੁਰਸ਼ਾਂ ਦੇ ਦਰਸ਼ਨ ਕਰਾਉਣੇ ਸੰਗਤ ਜੀ ਉਹ ਗੁਰੂ ਜੀ ਦੇ ਵਰਡਸ ਅੱਜ ਵੀ ਮੇਰੇ ਨਾਲ ਵੈਰੀ ਕਲੀਅਰ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਉਹਦੇ ਇਲਾਜ 'ਚ ਕੋਈ ਆਪਣੇ ਵੱਲੋਂ ਕਸਰ ਛੱਡੀ ਹੈ ਜਾਂ ਗੁਰੂ ਜੀ ਨੇ ਮੈਨੂੰ ਰਿਸੋਰਸਿਸ ਨਹੀਂ ਦਿੱਤੇ ਅੱਜ ਤੱਕ hundreds thousands of dollars have been spent on Ruhan's treatment ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਉਹ ਚੀਜ਼ਾਂ ਅਸੀਂ me and my husband ਕਿ ਉਹ ਚੀਜ਼ਾਂ ਨੂੰ ਅਫੋਰਡ ਵੀ ਕਰ ਸਕੀਏ ਪਰ ਗੁਰੂ ਮਹਾਰਾਜ ਨੇ ਕਿਵੇਂ ਉਹ ਚੀਜ਼ਾਂ ਪੋਸੀਬਲ ਕੀਤੀਆਂ ਨੇ ਚੱਲ ਰਹੀਆਂ ਨੇ it is his blessing so January 2012 ਚ ਰੂਹਾਨ ਡਾਇਗਨੋਸ ਹੋਇਆ 7 ਜਨਵਰੀ ਨੂੰ ਮੈਨੂੰ ਗੁਰੂ ਜੀ ਦਾ ਡ੍ਰੀਮ ਆਇਆ ਗੁਰੂ ਜੀ ਦੀ ਦੇਖੋ ਦੁਬਾਰਾ ਉਸ ਟਾਈਮ ਤੱਕ ਕੋਈ ਸਤਸੰਗ ਕੁਝ ਮੈਨੂੰ ਕੁਝ ਨਹੀਂ ਸੀ ਪਤਾ ਵੀ ਸਤਸੰਗ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ I get a Facebook message from an unknown sangat now I call them sangat but unknown lady कि आंटी बेरिए संगत सत्संग हो रहे ने would you like to join कहते ना कि अन्ना की भाले दो अखियां मैनू तो इको ही बहुत सी सो उस टाइम तो सत्संग का सिलसिला मेरी जिंदगी च उदों शुरू होया when गुरु जी came back into my life not came back profoundly into our lives in the form of satsangs फिर बेरी सत्संग अटेंड करने शुरू किते बच्चे नाल जांदे बच्चे दोवें रूहान कुछ होर करे ना करे संगत जी उस सवेरे उठ के ते रात नूं सौण लगे गुरु जी ने जरूर बिना कहे मत्था टेकदा एंड समटाइम्स इवन ड्यूरिंग द डे ही वुड गो एंड मत्था टेक गुरु जी
ਸੰਗਤ ਨਾਲ ਇੰਨਾ ਪਿਆਰ ਹੈ ਉਹਦਾ। ਉਸ ਤੋਂ ਬਾਅਦ ਹੁਣ ਪਹਿਲਾਂ ਤਾਂ ਜੋਤ ਸਵੇਰੇ ਲੱਗਦੀ ਸੀਗੀ, ਹੁਣ ਗੁਰੂ ਜੀ ਦੀ ਅਖੰਡ ਜੋਤ, ਗੁਰੂ ਜੀ ਦਾ ਦਰਬਾਰ ਹੈ। ਹੌਲੀ ਹੌਲੀ ਚੀਜ਼ਾਂ ਗੁਰੂ ਜੀ ਨੇ ਸਮਝਾਈਆਂ, ਹੌਲੀ ਹੌਲੀ ਚੀਜ਼ਾਂ ਹੋਈਆਂ। After all, he's our guru. He's teaching us. ਉਹਨਾਂ ਨੇ ਆਪਾਂ ਨੂੰ ਬਲੈਸ ਕਰਨਾ ਹੈ, but he has to also teach us. ਉਹ ਹਰ ਇੱਕ ਦੇ ਆਪਣੇ ਆਪਣੇ ਲੈਸਨਸ ਨੇ। ਕਿਸੇ ਦਾ ਪੇਸ਼ੈਂਸ ਹੈ, ਕਿਸੇ ਨੂੰ ਮੈਂ ਆਪਣੀ ਗੱਲ ਕਰ ਸਕਦੀ ਹਾਂ ਕਿ in form of Ruhan, Guru Ji has blessed me so immensely, so immensely. He's made me a better person. He's made me a much better doctor. कि because I have Ruhan, मैं सिर्फ ये फील करदी हां कि गुरु जी ने मैनू मेहर कीती कि मैं बाकी स्पेशल नीड्स बच्चों का फ्री ट्रीटमेंट किवें वो बच्चे मेरे कोल आके कोऑपरेट करदे ने। इट्स जिवें हुण किसी लेमैन लैंग्वेज तुसीं मेरी असिस्टेंट्स तो या बाकियां तो सुनो, दे से इट्स मैजिक डॉक्टर। बच्चे ऑफिस जाके बोलना शुरू कर दिंदे ने। इट्स नॉट कि मैं उन्हां दा कोई ट्रीटमेंट करदी हां, आई एम जस्ट अ डेंटिस्ट। गुरु जी मेहर करदे ने। बहुत शुक्राना है तुहाडा गुरु जी। मैं अपनी सेहत का सत्संग शेयर करूंगी गुरु जी, संगत जी। इन 2016 मैं सिर्फ ये दसना चाहनी कि गुरु जी जदों सीगे ते गुरु जी हुण फिजिकल फॉर्म च नहीं हैगे, पर गुरु जी उन्नी ही प्रोफाउंडली प्रेजेंट ने तुहाडी लाइफ च जिन्ना तुसीं उन्हां नूं अपनी लाइफ च फील करोगे। तुसीं उन्हां नाल डायरैक्ट कनैक्शन बनाओ, उन्हां नूं प्यार करो, उन्हां दी रिस्पैक्ट करो। दैट्स ऑल ही वांट्स। गुरु जी दे अपने मुंह दे वर्ड्स ने कि महापुरुष सिर्फ प्यार दे भुखे हुंदे ने, और गुरु जी दा महापुरुष नहीं हैगे, गुरु जी दा खुद परमात्मा ने। एंड गॉड इज लव, एंड दैट्स ऑल ही नीड्स। 2016 May I had a dream of Guru ji कि Guru ji दी ना बड़ी एक stern, like the master of this universe, he had a very stern, firm voice, not gussage but very firm voice, कि डॉक्टर साहब ये बेड नू आए नहीं आए करके ला ले, फिर कहेंगे मैंने कैंसर हो गया। एंड आई वेक अप, आई मीन कैंसर इज, मैं ना वर्ड सुनिया ना सोचा ना समझा, उदों मैं क्या है तो बहुत बड़ा वर्ड हो गया। ते जिवें गुरु जी ने क्या उदों बेड दी डायरेक्शन बदल ली। इट डजंट मीन एनीथिंग, वो तो उन्होंने सिर्फ एक छोटे छोटे टेस्ट भी लेंदे ने कि मेरी गल मानदी भी है कि नहीं। गुरु जी ने बेड दी डायरेक्शन तो की लेना सी। सो वी चेंज्ड इट राइट अवे। And August of 2016, I went for a routine checkup, and my gynecologist found something that she didn't want to see in the cervix. Biopsy hui. Whatever she saw during the exam, she said ki she totally prepared me ki Gurneet, be prepared for anything if we have to do the biopsy, or je sanu kuch lagya we have to remove the cervix. मैं गुरु जी तो ना मंगना प्रॉमिस है मेरा, गुरु जी ना मंगना नहीं कुछ मैं थोड़े तो, पर मैं अपनी प्रॉब्लम जरूर दस देनी है कि गुरु जी मैंने सुइयां तो बहुत डर लगता, तो तुसी अपने आप देख लियो। सो बायोप्सी हुई which was quite painful, ते but the results, डॉक्टर ने मैंने आप फोन किया, she said कि भी whatever I saw and whatever the results are, it's totally different. I am not seeing any malignancy anywhere. You're fine. But just to be on the safe side, we should repeat this every year. Sangat ji, mere 1 saal, 2 saal, 3 saal, same cheese. They would do the exam, they would see something abnormal, then they would do biopsy. Biopsy, the result kuch bhi nahi si aanda. When last year it happened the 4th time, मेरी डॉक्टर कहती कि this body, this is playing games with us, maybe we are not catching something, कुछ भी हो सकता है। जे इस बारी मैनू आपां एक प्रीलिमिनरी टेस्ट करते हैं, जे वो अपना पॉजिटिव आंदा है, then मैं बायोप्सी दे चक्कर च नहीं पैना, we'll just remove it। मैं कहा ठीक है, पर पता नहीं क्यों मैं खुद ही गल नूं समझदी हां। मैं कहा जे वो पहला ही टेस्ट नेगेटिव आ जाए, कहती तू भी डॉक्टर है, you should not be even asking me this question.
even I felt stupid too भी किवें आ जाऊगा नेगेटिव इन्ने सालों तो चीज पॉजिटिव आ रही मैं क्या चलो ठीक है संगत जी देखो ये यही तो फिर गुरु जी ने ना कि that his preliminary test came negative and now the doctor told me कि ਹੁਣ ਆਪਾਂ every year भी ਕਰਨ ਦੀ ਜ਼ਰੂरत नहीं हैगी we'll do it every 3 years now शुक्राना गुरु जी एक you know कैंसर ਸ਼ੂਗਰ ਬਲੱਡ ਪ੍ਰੈਸ਼ਰ ਇਹ ਤਾਂ ਗੁਰੂ ਜੀ ਦੇ ਨਾ ਗੁਰੂ ਜੀ ਕਹਿੰਦੇ ਸੀ ਇਹ ਤਾਂ ਮੇਰੇ ਖੱਬੇ ਹੱਥ ਦੀਆਂ ਖੇਡਾਂ ਨੇ ਮੈਥੋਂ ਕੋਈ ਅਸਲੀ ਚੀਜ਼ ਨਹੀਂ ਮੰਗਦਾ ਗੁਰੂ ਜੀ ਸਾਨੂੰ ਨਹੀਂ ਇੰਨੀ ਅਕਲ ਵੀ ਅਸਲੀ ਚੀਜ਼ ਕੀ ਹੁੰਦੀ ਹੈ ਤੁਸੀਂ ਆਪ ਹੀ ਮਿਹਰ ਆਪੇ ਬਖਸ਼ ਲਓ ਆਪਣੇ ਆਪ ਹੀ ਮਿਹਰ ਕਰ ਦਿਓ ਸਾਨੂੰ ਇੰਨੀ ਅਕਲ ਦੇ ਦਿਓ ਸੰਗਤ ਜੀ 2015 ਚ ਜਦੋਂ ਪਹਿਲੀ ਵਾਰ ਗੁਰੂ ਜੀ ਦਾ ਸਤਸੰਗ ਘਰੇ ਹੋਇਆ ਫਿਰ ਗੁਰੂ ਜੀ ਨੇ ਬੜੀ ਮਿਹਰ ਕੀਤੀ ਕਿ ਘਰ ਦੀ ਸਫਾਈ ਕਰਨਾ ਬਹੁਤ ਜ਼ਰੂਰੀ ਹੁੰਦਾ ਕਿ ਇਹ ਲਰਨਿੰਗਸ ਨੇ ਜੋ ਗੁਰੂ ਜੀ ਨੇ ਟਾਈਮ ਨਾਲ ਸਿਖਾਈਆਂ ਸਾਰਾ ਕੁਝ ਜਿਵੇਂ ਸਟਿਕ ਐਂਡ ਸਪੈਨ ਕਲੀਨ ਕੀਤਾ ਵੀ ਅੱਜ ਗੁਰੂ ਜੀ ਨੇ ਆਪਣੀ ਸੰਗਤ ਲੈ ਕੇ ਆਉਣਾ ਤੇ ਜਦੋਂ ਡਿਊਰਿੰਗ ਸਤਸੰਗ ਅਸੀਂ ਬੈਠੇ ਸੀ ਤੇ ਮੈਨੂੰ ਲੱਗਿਆ ਕਿ ਮੈਂ ਗੁਰੂ ਜੀ ਦਾ ਸਰੂਪ ਮੈਂ ਆਪ ਸਾਫ਼ ਕੀਤਾ ਸੀ ਇਹ ਕੀ ਲੱਗਿਆ ਹੋਇਆ ਗੁਰੂ ਜੀ ਦੇ ਮੈਂ ਇੱਕ ਆਪਣੇ ਉਦੋਂ ਕੋਈ ਮੇਰੇ ਭੂਆ ਜੀ ਆਏ ਹੋਏ ਸੀਗੇ ਇੰਡੀਆ ਤੋਂ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੂੰ ਵੀ ਨਹੀਂ ਸਮਝ ਆਈ ਵੀ ਇਹ ਕੀ ਹੈ ਮੈਂ ਕਿਸੇ ਸੰਗਤ ਨੂੰ ਪੁੱਛਿਆ ਉਹ ਕਹਿੰਦੇ ਸੀ ਇਹ ਅੰਮ੍ਰਿਤ ਆ ਰਿਹਾ ਗੁਰੂ ਜੀ ਦੇ ਸਰੂਪ ਚੋਂ ਔਰ ਸੰਗਤ ਜੀ ਗੁਰੂ ਜੀ ਦੇ ਉਸ ਦਿਨ ਸਰੂਪ ਚੋਂ ਇੰਨਾ ਅੰਮ੍ਰਿਤ ਬਰਸਿਆ ਪਰ that was the only time ਫਿਰ ਮੈਨੂੰ ਬੜੀ ਖੁਸ਼ੀ ਮੈਨੂੰ ਪਤਾ ਵੀ ਨਹੀਂ ਸੀਗਾ ਕਿ ਆਏ ਵੀ ਸਰੂਪ ਚੋਂ ਅੰਮ੍ਰਿਤ ਵੀ ਆਉਂਦਾ ਥੈਂਕ ਯੂ ਗੁਰੂ ਜੀ to this is just a validation of his presence ਜੋ ਕਿ ਹੁਣ ਨਹੀਂ ਚਾਹੀਦੀ ਪਰ ਜਦੋਂ ਉਹਨਾਂ ਦੀ ਮੌਜ ਹੁੰਦੀ ਹੈ ਉਹ ਦੇ ਵੀ ਦਿੰਦੇ ਨੇ ਸੰਗਤ ਜੀ ਮੇਰੇ ਨਾ ਬ੍ਰਦਰ ਦੀ ਰੀਸੈਂਟਲੀ I was in India last ਮੈਂ 2 ਮਹੀਨੇ ਇੰਡੀਆ ਲਾ ਕੇ ਆਈ ਹਾਂ my brother got married now ਮੇਰੇ ਤੋਂ 2 ਸਾਲ ਹੀ ਛੋਟਾ ਹੈ ਪਰ ਉਹਦਾ he decided to ਗੁਰੂ ਜੀ made him get married now ਕਿਉਂਕਿ ਜਦੋਂ ਛੋਟਾ ਹੁੰਦਾ ਸੀ ਮਾਮਾ ਨੇ ਹਮੇਸ਼ਾ ਗੁਰੂ ਜੀ ਨੂੰ ਪੁੱਛਣਾ ਕਿ ਗੁਰੂ ਜੀ ਪਠਾਨ ਵਿਆਹ ਨਹੀਂ ਕਰਾਉਂਦਾ ਤਾਂ ਗੁਰੂ ਜੀ ਨੇ ਨਾ ਹਮੇਸ਼ਾ ਇਹ ਕਹਿਣਾ ਕਿ ਮੈਂ ਕਿਹੜਾ ਕਰਾਇਆ ਨਾ ਬੀਵੀ ਨਾ ਟੀਵੀ ਤੇ ਗੁਰੂ ਜੀ ਨੇ ਹਮੇਸ਼ਾ ਇਹੀ ਜਵਾਬ ਦੇਣਾ until last year actually last 2020 ਗੁਰੂ ਜੀ came in my dream ਤੇ ਕਹਿੰਦੇ it was a long dream but just short ਮੈਂ ਦੱਸ ਰਹੀ ਹਾਂ ਕਿ ਗੁਰੂ ਜੀ ਕਹਿੰਦੇ ਮੇਰੇ ਮਾਮਾ ਖੜੇ ਸੀ ਗੁਰੂ ਜੀ ਤੁਰੇ ਜਾ ਰਹੇ ਨੇ ਮੈਂ ਕਹਿ ਰਹੀ ਹਾਂ ਗੁਰੂ ਜੀ ਮਾਮਾ is here ਕਹਿੰਦੇ ਮਾਮੀ ਦਾ ਤਾਂ ਇੱਕੋ ਹੀ ਸਵਾਲ ਹੈ ਮੁੰਡਾ ਵਿਆਹ ਨਹੀਂ ਕਰਾਉਂਦਾ ਤੇ ਅਸੀਂ ਦੋਵੇਂ ਮੈਂ ਤੇ ਮਾਮਾ ਚੁੱਪ ਕਰਕੇ ਖੜ ਗਏ ਗੁਰੂ ਜੀ ਕਹਿੰਦੇ ਹੁਣ ਵਿਆਹ ਕਰਾ ਲੂਗਾ ਔਰ ਜਦੋਂ ਹੀ ਇਹ ਡ੍ਰੀਮ ਆ ਕੇ ਹਟਿਆ ਉਸ ਤੋਂ ਬਾਅਦ he introduced my ਭਾਬੀ to the family and now he's married ਬਹੁਤ ਸ਼ੁਕਰ ਹੈ ਤੁਹਾਡਾ ਗੁਰੂ ਜੀ ਸੰਗਤ ਜੀ ਹਰ ਚੀਜ਼ ਜਦੋਂ ਆਪਾਂ ਗੁਰੂ ਜੀ ਦਾ ਨਾਮ ਲੈ ਕੇ ਕਰਦੇ ਹਾਂ ਉਹ ਚੀਜ਼ ਕਿਵੇਂ ਸਿਰੇ ਨਾ ਚੜੇ ਇਹ ਹੋ ਹੀ ਨਹੀਂ ਸਕਦਾ ਔਰ ਉਹਨੂੰ ਕਿਵੇਂ ਸਿਰੇ ਚੜਾਉਣਾ ਇਹ ਗੁਰੂ ਜੀ ਨੂੰ ਪਤਾ ਹੈ ਰਸਤਾ ਤੁਹਾਡੀ ਸੋਚ ਨਾਲੋਂ ਕੰਪਲੀਟਲੀ ਡਿਫਰੈਂਟ ਹੋ ਸਕਦਾ ਪਰ ਉਹਨੂੰ ਅੰਜਾਮ ਗੁਰੂ ਜੀ ਆਪ ਦਿੰਦੇ ਨੇ ਇੰਨਾ ਸੋਹਣਾ ਵਿਆਹ ਹੋਇਆ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਕਾਰਡ ਦਿੱਤਾ ਵੱਡੇ ਮੰਦਿਰ ਜਾ ਕੇ ਐਂਡ ਉਸ ਤੋਂ ਬਾਅਦ ਸਤਸੰਗ ਹੋਇਆ ਗੁਰੂ ਜੀ ਦਾ ਘਰੇ ਬਹੁਤ ਰੌਣਕ ਹੋਈ ਥੈਂਕ ਯੂ ਗੁਰੂ ਜੀ ਮੈਨੂੰ ਸਤਸੰਗ ਵਾਸ ਔਨ 21st November 2021 ਮੈਨੂੰ 2 ਹਫ਼ਤੇ ਪਹਿਲਾਂ ਕਿਸੇ ਦਾ ਮੈਸੇਜ ਆਇਆ one of the ਸਾਡੇ ਨੇਬਰਸ ਨੇ they attended the satsang ਉਹ ਕਹਿੰਦਾ ਕਿ ਦੀਦੀ they have met ਗੁਰੂ ਜੀ ਜਦੋਂ even ਗੁਰੂ ਜੀ ਘਰੇ ਵੀ ਆਉਂਦੇ ਸੀ ਤਾਂ ਉਦੋਂ ਛੋਟੇ ਹੁੰਦੇ ਸੀ ਤਾਂ ਆਪਣੇ ਪੇਰੈਂਟਸ ਨਾਲ ਗੁਰੂ ਜੀ ਨੂੰ ਉਹਨਾਂ ਨੇ ਮੱਥਾ ਟੇਕਿਆ ਹੋਇਆ ਪਰ ਉਹਨਾਂ ਨੂੰ ਇੰਨੀ ਡਿਟੇਲਸ ਨਹੀਂ ਪਤਾ ਕਿ ਗੁਰੂ ਜੀ ਉਹਨਾਂ ਦੀਆਂ ਬਲੇਸਿੰਗਸ ਕਿਵੇਂ ਕੰਮ ਕਰਦੀਆਂ ਨੇ ਤਾਂ
he told me कि दीदी मैनू ना 14 years ਤੋਂ ਇੰਨੀ strong acid reflux ਦੀ problem ਹੈ to a point कि he takes a prescription medication every single day. He cannot go to sleep without taking a prescription medication. 14 ਸਾਲ ਕਹਿੰਦਾ ਮੈਂ ਹਰ ਸਪੈਸ਼ਲਿਸਟ ਨੂੰ ਦਿਖਾ ਚੁੱਕਿਆ, ਇੰਡੀਆ, ਲੁਧਿਆਣੇ, ਚੰਡੀਗੜ੍ਹ, ਦਿੱਲੀ, ਅਮਰੀਕਾ ਆ ਕੇ ਹਰ ਇੱਕ ਨੂੰ ਦਿਖਾ ਚੁੱਕਿਆ। ਕਹਿੰਦਾ ਦਵਾਈ ਬਦਲ ਦਿੰਦੇ ਨੇ ਪਰ ਦਵਾਈ ਮੈਨੂੰ ਖਾਣੀ ਪੈਂਦੀ। ਕਹਿੰਦਾ 21 ਨਵੰਬਰ ਨੂੰ ਜਦੋਂ ਮੈਂ ਗੁਰੂ ਜੀ ਦਾ ਸਤਸੰਗ ਉੱਥੇ ਅਟੈਂਡ ਕੀਤਾ ਨਾ, ਕਹਿੰਦਾ ਦੀਦੀ ਉਸ ਤੋਂ ਬਾਅਦ ਮੈਂ ਦਵਾਈ ਨਹੀਂ ਖਾਧੀ। ਕਹਿੰਦਾ ਮੈਂ ਪਹਿਲਾਂ ਤਾਂ ਇੱਥੋਂ ਲੈ ਕੇ ਜਾਣੀ ਭੁੱਲ ਗਿਆ ਤੇ ਉੱਥੇ ਜਾ ਕੇ ਮੈਨੂੰ ਲੱਗਿਆ ਕਿ ਮੈਨੂੰ ਜ਼ਰੂਰਤ ਨਹੀਂ ਹੈਗੀ। ਤੇ ਅੱਜ ਕਿੰਨੇ ਆਲਮੋਸਟ ਅੱਜ ਵੀ 21 ਤਰੀਕ ਹੈ, 2 ਮਹੀਨੇ ਹੋ ਗਏ, ਉਹ ਕਹਿੰਦਾ ਮੈਂ ਦਵਾਈ ਨਹੀਂ ਖਾਧੀ ਮੁੜ ਕੇ। ਸੰਗਤ ਜੀ ਕੀ ਇਹ this is the power of his satsang, this is the power of his ਲੰਗਰ। ਮੈਂ ਨਾ ਬਹੁਤ ਛੋਟਾ ਮੂੰਹ, ਗੁਰੂ ਜੀ ਦੇ ਦਰਬਾਰ 'ਚ ਮੈਂ ਕੌਣ ਆ ਕਿਸੇ ਨੂੰ ਹੱਥ ਦੇਣ ਵਾਲੀ, ਪਰ ਸੰਗਤ ਜੀ ਮੈਂ ਹੱਥ ਜੋੜ ਕੇ ਸੰਗਤ ਨੂੰ ਮੈਂ ਰਿਕੁਐਸਟ ਕਰਦੀ ਹਾਂ, ਬੇਅਦਬੀ ਨਾ ਕਰੀਏ ਆਪਾਂ ਗੁਰੂ ਮਹਾਰਾਜ ਦੇ ਲੰਗਰ ਦੀ। This is ਅੰਮ੍ਰਿਤ, this is ਦਵਾਈਆਂ, this is ਤੁਹਾਡੀ ਰੂਹ ਨੂੰ, ਤੁਹਾਡੀ ਬੋਡੀ ਨੂੰ ਕਿਸ ਲੈਵਲ ਤੇ ਹੀਲ ਕਰ ਰਹੀਆਂ ਔਰ ਕਿੰਨੇ ਜਨਮਾਂ ਦੀਆਂ ਬਿਮਾਰੀਆਂ ਆਪਣੀਆਂ ਦੂਰ ਕਰ ਰਹੀਆਂ ਨੇ, we don't know। ਇਹਦੀ ਬੇਅਦਬੀ ਨਾ ਕਰੋ, ਇਹਨੂੰ ਜਿੰਨਾ ਮਿਲਦਾ ਹੈ ਸ਼ੁਕਰਾਨਾ ਸਮਝ ਕੇ ਲਓ ਤੇ ਪੂਰਾ ਫਿਨਿਸ਼ ਕਰੋ, ਉੱਥੇ ਬੈਠ ਕੇ ਫਿਨਿਸ਼ ਕਰੋ। ਇਹ ਗੁਰੂ ਜੀ ਦੇ ਆਪਣੇ ਵਰਡਸ ਨੇ ਕਹੇ ਹੋਏ। ਸੰਗਤ ਜੀ ਜਦੋਂ ਅਸੀਂ ਗੁਰੂ ਜੀ ਕੋਲ ਪੁਰਾਣੇ, ਜੋ ਮੈਨੂੰ ਯਾਦ ਹੈ ਕਿ ਗੁਰੂ ਜੀ ਨਾਲ ਨਾ ਤੁਸੀਂ ਫੋਟੋ ਨਹੀਂ ਸੀ ਖਿੱਚ ਸਕਦੇ, ਗੁਰੂ ਜੀ ਦਾ ਫੋਟੋ, ਗੁਰੂ ਜੀ ਦਾ ਸਰੂਪ ਆਪਣੇ ਹੱਥ ਨਾਲ ਕੋਈ ਛੋਟੇ ਜਿਹੇ ਫੋਟੋਆਂ ਦਿੰਦੇ ਸੀ ਤਾਂ ਕਿਤੇ ਉਹ ਨਸੀਬ ਹੁੰਦੀ ਸੀ ਸਾਨੂੰ ਕਿ ਹਾਂ ਗੁਰੂ ਜੀ ਦੀ ਅੱਜ ਮੈਨੂੰ ਫੋਟੋ ਮਿਲੀ ਹੈ। ਉਦੋਂ ਸਰੂਪ ਵੀ ਨਹੀਂ ਸੀ ਕਹਿਣਾ ਹੁੰਦਾ ਕਿ ਹਾਂ ਮੇਰੇ ਕੋਲ ਹੈ, ਮੇਰੀ ਹੈ। ਇੰਨਾ ਉਹਨੂੰ ਨਾ ਜਿਵੇਂ ਕਹਿੰਦੇ ਨੇ ਵੀ ਜਾਨ ਨਾਲੋਂ ਜ਼ਿਆਦਾ ਸੰਭਾਲ ਕੇ ਰੱਖਦੇ ਸੀ। ਤੇ ਅੱਜ ਆਪਾਂ ਗੁਰੂ ਜੀ ਦੇ ਸਰੂਪ ਤੇ ਕੀ ਕੁਛ ਲਿਖ ਰਹੇ ਹਾਂ, ਕਿਵੇਂ ਉਹਨੂੰ, ਗੁਰੂ ਜੀ ਦਾ ਸਰੂਪ is himself, he is himself in his picture, in his ਸਰੂਪ। ਕਹਿੰਦੇ ਸੀ ਮੇਰੇ ਕੋਲ ਨਹੀਂ ਆ ਸਕਦੇ, ਮੇਰੇ ਨਾਲ ਗੱਲ ਕਰੋ, ਮੇਰੀ ਫੋਟੋ ਨਾਲ ਗੱਲ ਕਰੋ। ਤੇ ਆਪਾਂ ਅੱਜ ਉਹਨਾਂ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਕੀ ਕੁਛ ਉਹਨਾਂ ਤੇ ਆਪਾਂ ਲਿਖ ਕੇ ਕੀ ਉਹਨੂੰ ਕਰ ਰਹੇ ਹਾਂ, ਮੇਰੇ ਹਿਸਾਬ ਨਾਲ ਇਹ ਬਿਲਕੁਲ ਗਲਤ ਹੈ ਜੀ। This is not how ਗੁਰੂ ਜੀ wanted it। ਉਹਨਾਂ ਦਾ ਸਿਰਫ ਇੱਕ ਚੀਜ਼ ਹੁੰਦਾ ਸੀ ਕਿ ਡਾਇਰੈਕਟ ਕਨੈਕਸ਼ਨ, ਮੇਰੇ ਨਾਲ ਸਿੱਧੀ ਗੱਲ ਕਰੋ, ਅੱਖਾਂ ਬੰਦ ਕਰਕੇ ਬੈਠੋ ਮੇਰੇ ਨਾਲ ਗੱਲ, ਕੋਈ ਤੁਹਾਨੂੰ ਤਿਆਰ ਹੋਣ ਦੀ ਲੋੜ ਨਹੀਂ, ਕੋਈ ਤੁਹਾਨੂੰ ਫੈਂਸੀ ਦਰਬਾਰ ਸਜਾਉਣ ਦੀ, ਫੈਂਸੀ ਲੰਗਰ ਬਣਾਉਣ ਦੀ ਲੋੜ ਨਹੀਂ। ਆਪਣੇ ਘਰ 'ਚ ਦਾਲ ਫੁਲਕਾ ਬਣਾਓ, ਗੁਰੂ ਜੀ ਨੂੰ ਖਵਾਓ ਤੇ ਆਪ ਖਾਓ ਤੇ ਆਪਣੀ ਸਿੱਧੀ ਗੱਲ ਕਰੋ ਉਹਨਾਂ ਦੇ ਨਾਲ। ਇਸ ਤੋਂ ਵੱਧ ਗੁਰੂ ਜੀ ਨੂੰ ਹੋਰ ਕੁਝ ਨਹੀਂ ਚਾਹੀਦਾ। ਮੈਂ ਤੁਹਾਨੂੰ ਆਪ ਦੱਸ ਰਹੀ ਹਾਂ। ਲੈਟਸ ਮੂਵ ਟੂਵਰਡ ਸਿੰਪਲਿਸਿਟੀ। ਦ ਵੇ ਆਪਣਾ ਗੁਰੂ ਬਹੁਤ ਸਿੰਪਲ ਹੈ, ਬਹੁਤ ਪ੍ਰੈਕਟੀਕਲ ਹੈ। And if we have to get to him, this is the only way. This is the only way to ਮਿਹਰ ਤਾਂ ਉਹਨਾਂ ਨੇ, blessings ਤਾਂ ਉਹਨਾਂ ਦੀ ਨੇਚਰ ਹੈ, ਉਹਨਾਂ ਨੇ ਮਿਹਰ ਕਰਨੀ ਹੈ, ਪਰ ਉਹਨਾਂ ਦੀ ਅਗਰ ਸੰਗਤ ਬਣਨਾ ਹੈ ਤਾਂ ਉਹਨਾਂ ਦੇ ਦੱਸੇ ਹੋਏ ਰਸਤਿਆਂ ਤੇ ਚੱਲੀਏ। ਗੁਰੂ ਜੀ ਦੇ ਦਰਬਾਰ 'ਚ ਕੋਈ ਜ਼ਰੂਰੀ ਨਹੀਂ ਸੀ ਕਿ ਹਰ ਫੰਕਸ਼ਨ ਹੈ, ਹਰ ਸਤਸੰਗ ਹੈ ਜਾਂ ਗੁਰੂ ਜੀ ਆਏ ਨੇ ਤਾਂ ਉੱਥੇ ਡਾਂਸ ਹੋਣਾ ਹੀ ਹੋਣਾ, ਕੋਈ ਜ਼ਰੂਰੀ ਨਹੀਂ ਹੈ। ਕੋਈ ਤੁਹਾਡਾ ਬਹੁਤ ਸਪੈਸ਼ਲ ਓਕੇਜ਼ਨ ਹੈ, ਜ਼ਰੂਰ ਤੁਸੀਂ ਗੁਰੂ ਜੀ ਨਾਲ ਮਨਾਓ, ਪਰ ਹਰ ਸਤਸੰਗ 'ਚ ਗਾਣੇ ਲਾ ਕੇ ਡਾਂਸ ਕਰਨੇ, ਤੁਹਾਡਾ ਜੀ ਕਰੇ 2-4 ਗਾਣੇ ਲਾਓ ਐਂਡ ਦੈਟਸ ਇਟ, ਪਰ ਓਨਲੀ ਔਨ ਸਪੈਸ਼ਲ ਓਕੇਜ਼ਨਸ। ਅਦਰਵਾਈਜ਼ 2 ਘੰਟੇ ਸ਼ਬਦ ਗੁਰਬਾਣੀ ਗੁਰੂ ਜੀ ਨਾਲ, ਗੁਰੂ ਜੀ ਦਾ ਤੁਹਾਡਾ ਵੈਸੇ ਹੀ ਦਿਲ ਇੰਨੀ ਖੁਸ਼ੀ, ਇੰਨਾ ਹੀ ਫਿਲਸ ਯੋਰ ਹਾਰਟ ਵਿਦ ਸੋ ਮਚ ਜੋਏ, ਤੁਸੀਂ ਅੰਦਰੋਂ ਹੀ ਇੰਨੇ ਖੁਸ਼ ਹੁੰਦੇ ਹੋ ਕਿ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ। ਬਹੁਤ ਮੈਨੂੰ ਇਹ ਗੱਲਾਂ ਦੁਖੀ ਕਰਦੀਆਂ ਨੇ, ਮੈਂ ਫੀਲ ਕਰਦੀ ਹਾਂ ਇਹਨਾਂ ਗੱਲਾਂ ਨੂੰ, ਮੈਂ ਤਾਂ ਬੋਲ ਰਹੀ ਹਾਂ। ਐਸ ਪੁਰਾਣੀ ਸੰਗਤ ਮੇ ਵੀ ਮੇਰਾ ਇੰਨਾ ਫਰਜ਼ ਬਣਦਾ ਕਿ ਜੋ ਗੁਰੂ ਜੀ ਦਾ ਦਰਬਾਰ ਜਿਵੇਂ ਦੇਖਿਆ ਹੋਇਆ, ਜਿਵੇਂ ਗੁਰੂ ਜੀ ਦੇ ਮੂੰਹ ਤੋਂ ਗੱਲਾਂ ਸੁਣੀਆਂ ਹੋਈਆਂ, ਗੁਰੂ ਜੀ ਕਿੰਨੀ ਵਾਰ ਘਰੇ ਆਏ ਨੇ, ਬਹੁਤ ਵਾਰੀ ਬਿਨਾਂ ਦੱਸੇ ਆ ਜਾਂਦੇ ਸੀ, ਔਰ ਕੋਈ ਇਹ ਨਹੀਂ ਸੀ ਕਿ ਅਸੀਂ ਉਹਨਾਂ ਲਈ ਕੋਈ ਬਹੁਤ ਸਪੈਸ਼ਲ
ਫੁੱਲ ਸਜਾਉਂਦੇ ਸੀ ਜਾਂ ਕੁਝ ਕਰਦੇ ਸੀ, ਬਸ ਬਹੁਤ ਪਿਆਰ ਨਾਲ ਉਹਨਾਂ ਦੀ ਚੇਅਰ ਤੇ ਇੱਕ ਫੁਲਕਾਰੀ ਵਿਛਾਉਂਦੇ ਸੀ ਅਸੀਂ ਜਦੋਂ ਗੁਰੂ ਜੀ ਆਉਂਦੇ ਸੀ। ਮੱਥਾ ਟੇਕ ਕੇ ਉਹਨਾਂ ਦੇ ਕੋਲ ਜੋ ਘਰੇ ਗੁਰੂ ਜੀ ਨੇ ਕਹਿਣਾ, ਅੱਛਾ ਸਾਗ ਫੁਲਕਾ ਲਿਆ ਦੋ, ਚਾਹ ਲਿਆ ਦੋ, ਗੁਰੂ ਜੀ ਬਸ ਇਹਨਾਂ ਚੀਜ਼ਾਂ ਦੇ ਸੀਗੇ। ਉਹਨਾਂ ਨੂੰ ਕੋਈ ਫੈਂਸੀ ਬਰਤਨਾਂ 'ਚ ਖਾਣੇ ਨਹੀਂ ਚਾਹੀਦੇ। ਸੰਗਤ ਜੀ ਆਪਾਂ ਸਿੰਪਲਿਸਿਟੀ ਵੱਲ ਹੋਈਏ, ਜੋ ਆਪਣੇ ਗੁਰੂ ਜੀ ਨੇ ਆਪਾਂ ਨੂੰ ਸਿਖਾਇਆ। ਪਿਆਰ ਕਰੀਏ, ਆਪਣੇ ਕਰਮ ਸੁਧਾਰੀਏ। ਅੱਜ ਇੰਨੀ ਸੋਹਣੀ ਕਵਾਲੀ ਗੁਰੂ ਜੀ ਨੇ ਸੁਣਾਈ ਕਿ ਸਿਰਫ ਆਪਣੇ ਅਮਲ ਚੰਗੇ ਕਰੀਏ। ਗੁਰੂ ਜੀ ਆਪਾਂ ਨੂੰ ਹਿੰਮਤ ਦੇਣ ਕਿ ਆਪਾਂ ਆਪਣੇ ਅਮਲਾਂ ਨੂੰ ਸੁਧਾਰੀਏ। ਸ਼ੁਕਰਾਨਾ ਸੰਗਤ ਜੀ, ਸ਼ੁਕਰਾਨਾ ਗੁਰੂ ਜੀ। ਛੋਟਾ ਮੂੰਹ ਵੱਡੀਆਂ ਗੱਲਾਂ, ਕੋਈ ਸੰਗਤ ਨੂੰ ਗੱਲ ਉੱਚੀ ਨੀਵੀਂ ਲੱਗੀ ਹੋਵੇ, ਹੱਥ ਜੋੜ ਕੇ ਮਾਫੀ ਮੰਗਦੀ ਹਾਂ। ਗੁਰੂ ਜੀ ਮਿਹਰ ਕਰਿਓ, ਅੱਗੇ ਤੋਂ ਜ਼ਿਆਦਾ ਸ਼ੁੱਧ ਬੋਲਣ ਦਾ ਬਲ ਬਖਸ਼ਿਓ ਔਰ ਆਪਣੇ ਚਰਨਾਂ ਨਾਲ ਹਮੇਸ਼ਾ ਜੋੜ ਕੇ ਰੱਖਿਓ। ਸ਼ੁਕਰਾਨਾ ਗੁਰੂ ਮਹਾਰਾਜ। ਜੈ ਗੁਰੂ ਜੀ ਸੰਗਤ ਜੀ।